नमस्कार साथियों, स्वागत है आप सब ਦਾ ਆਪਦੇ YouTube ਚੈਨਲ ਪੀਕੇ ਸਟੱਡੀ ਹਬ ਵਿੱਚ। ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਆਪਾਂ PSEB ਬੋਰਡ ਦੀ ਜਿਹੜੀ 6ਵੀਂ ਕਲਾਸ ਦੀ ਜੀਓਗ੍ਰਾਫੀ ਦੀ ਬੁੱਕ ਹੈ ਉਹ ਆਪਾਂ ਕਰ ਰਹੇ ਹਾਂ ਤੇ ਇਸ ਦੇ ਵਿੱਚ ਜਿਹੜਾ 3rd ਚੈਪਟਰ ਹੈ ਉਹ ਅੱਜ ਆਪਾਂ ਕਰਾਂਗੇ, ਜਿਸ ਦਾ ਨੇਮ ਹੈ ਗਲੋਬ ਧਰਤੀ ਦਾ ਮਾਡਲ। ਇਸ ਵਿੱਚ ਆਪਾਂ ਜਾਣਾਂਗੇ ਕਿ ਗਲੋਬ ਕੀ ਹੈ ਤੇ ਧਰਤੀ ਦੇ ਉੱਪਰ ਅਕਸ਼ਾਂਸ਼ ਤੇ ਜਿਹੜੇ ਦਿਸ਼ਾਂਤਰ ਹੈ ਉਹ ਕੀ ਹਨ, ਜਾਂ ਫਿਰ ਲੌਂਗੀਟਿਊਡ ਤੇ ਜਿਹੜੇ ਲੈਟੀਟਿਊਡ ਆ ਉਹ ਕੀ ਹਨ ਅਤੇ ਉਹਨਾਂ ਦੀ ਇੰਪੋਰਟੈਂਸ ਕੀ ਹੈ। ਤੇ ਆਓ ਚੈਪਟਰ ਸ਼ੁਰੂ ਕਰਦੇ ਹਾਂ। ਕਹਿ ਰਿਹਾ ਕਿ ਧਰਤੀ ਦਾ ਆਕਾਰ ਬਹੁਤ ਵੱਡੇ ਗੋਲੇ ਵਾਂਗ ਹੈ। ਅਸੀਂ ਪੂਰੀ ਧਰਤੀ ਨੂੰ ਇੱਕੋ ਸਮੇਂ ਨਹੀਂ ਦੇਖ ਸਕਦੇ, ਇਸ ਲਈ ਧਰਤੀ ਨੂੰ ਪੂਰਾ ਦੇਖਣ ਅਤੇ ਪਰਖਣ ਲਈ ਇਸ ਦਾ ਮਾਡਲ ਬਣਾਇਆ ਗਿਆ, ਜਿਸ ਨੂੰ ਗਲੋਬ ਆਖਦੇ ਹਨ। ਪਿਛਲੇ ਪਾਠ ਵਿੱਚ ਤੁਸੀਂ ਧਰਤੀ ਦੀਆਂ ਪੁਲਾੜ ਵਿੱਚੋਂ ਲਈਆਂ ਤਸਵੀਰਾਂ ਵੇਖੀਆਂ। ਧਰਤੀ ਦੀ ਨੁਹਾਰ ਕਿਵੇਂ ਦੀ ਹੈ? ਤਸਵੀਰ ਵੇਖਣ ਤੋਂ ਪਤਾ ਲੱਗਦਾ ਹੈ ਕਿ ਧਰਤੀ ਗੋਲ ਹੈ। ਇਸ ਨੂੰ ਗੋਲਾਕਾਰ ਸ਼ਕਲ ਵੀ ਆਖਦੇ ਹਨ, ਜਿਵੇਂ ਆਪਾਂ ਫਸਟ ਚੈਪਟਰ ਵਿੱਚ ਪੜ੍ਹਿਆ ਸੀ। ਇਸ ਨੂੰ ਧਰਤ ਗੋਲਾ ਵੀ ਆਖਿਆ ਜਾਂਦਾ ਹੈ। ਅਸਲ ਵਿੱਚ ਧਰਤੀ ਬਿਲਕੁਲ ਗੇਂਦ ਵਾਂਗ ਗੋਲ ਨਹੀਂ ਹੈ, ਬਲਕਿ ਸਿਰਿਆਂ ਤੋਂ ਕੁਝ ਚਪਟੀ ਹੈ। ਮਤਲਬ ਜਿਹੜੀ ਧਰਤੀ ਹੈ ਉਹ ਗੋਲ ਨਹੀਂ ਹੈ ਇਸ ਤਰ੍ਹਾਂ। ਇਹ ਜਿਹੜੇ ਇਸ ਦੇ ਦੋਵੇਂ ਸਿਰੇ ਹਨ ਇੱਥੋਂ ਥੋੜ੍ਹੀ ਚਪਟੀ ਹੈ, ਇਸ ਲਈ ਗਲੋਬ ਧਰਤੀ ਦਾ ਬਿਲਕੁਲ ਸਹੀ ਮਾਡਲ ਹੈ। ਇਹ ਇੱਕ ਤ੍ਰਿਪਾਸੀ ਯਾਨੀ ਕਿ 3 ਡਾਇਮੈਂਸ਼ਨਲ ਜਿਹੜਾ ਮਾਡਲ ਹੈ ਉਹ ਆਪਾਂ ਕਹਿ ਸਕਦੇ ਹਾਂ। ਇਸ ਲਈ ਧਰਤੀ ਦੀ ਸਹੀ ਜਿਹੜੀ ਸ਼ਕਲ ਹੈ ਉਸ ਦਾ ਪ੍ਰਤੀਕ ਹੈ ਜਿਹੜਾ ਗਲੋਬ ਹੈ ਉਹ। ਹਾਂਜੀ, ਇਹ ਗਲੋਬ ਹੈ ਜਿਹੜਾ ਧਰਤੀ ਦਾ ਆਪਾਂ ਕਹਿ ਸਕਦੇ ਹਾਂ ਕਿ 3 ਡਾਇਮੈਂਸ਼ਨਲ ਜਿਹੜਾ ਮਾਡਲ ਹੈ ਉਹ ਹੈ। ਇਸ ਤਰ੍ਹਾਂ ਕੀ ਹੈ, ਜਿਹੜੀ ਧਰਤੀ ਦਾ ਆਹ ਵਾਲਾ ਸਿਰਾ ਤੇ ਇਹ ਵਾਲਾ ਸਿਰਾ, ਇਹ ਉੱਤਰੀ ਧਰੁਵ ਹੋ ਗਿਆ ਆਪਣਾ, ਇਹ ਆਪਣਾ ਦੱਖਣੀ ਧਰੁਵ ਹੋ ਗਿਆ, ਯਾਨੀ ਕਿ ਨਾਰਥ ਪੋਲ ਤੇ ਸਾਊਥ ਪੋਲ। ਤੇ ਆਓ ਇਸ ਬਾਰੇ ਪੜ੍ਹਦੇ ਹਾਂ ਗਲੋਬ ਬਾਰੇ। ਕਹਿੰਦਾ ਜੀ, ਜੇਕਰ ਗਲੋਬ ਨੂੰ ਆਪਾਂ ਧਿਆਨ ਨਾਲ ਦੇਖੀਏ ਤੇ ਇਸ ਉੱਤੇ ਮਹਾਂਦੀਪ, ਮਹਾਸਾਗਰ ਦੇ ਆਕਾਰ, ਦੂਰੀਆਂ ਅਤੇ ਇਹਨਾਂ ਦੀਆਂ ਦਿਸ਼ਾਵਾਂ ਬਿਲਕੁਲ ਠੀਕ ਦਿਖਾਈ ਦਿੰਦੀਆਂ ਹਨ। ਦੂਸਰੇ ਸ਼ਬਦਾਂ ਵਿੱਚ ਗਲੋਬ ਹੀ ਧਰਤੀ ਦਾ ਪ੍ਰਤੀਰੂਪ ਹੈ। ਧਰਤੀ ਦੇ ਭੂ ਰੂਪਾਂ ਦਾ ਕਿਸੇ ਪ੍ਰਤੀਨਿਧ ਨਾਪ ਅਨੁਸਾਰ ਆਕਾਰ ਅਤੇ ਅਸਲ ਵਰਗੀ ਨੁਹਾਰ ਗਲੋਬ ਉੱਤੇ ਦਿਖਾਇਆ ਜਾਂਦਾ ਹੈ, ਜਿਵੇਂ ਕਿ ਮਹਾਂਦੀਪ ਅਤੇ ਮਹਾਸਾਗਰ। ਕਹਿਣ ਦਾ ਮਤਲਬ ਇਹੀ ਹੈ ਜੀ ਕਿ ਜਿਵੇਂ ਆਕਾਰ ਦੇ ਹਿਸਾਬ ਨਾਲ ਦੇਖੀਏ ਤਾਂ ਜਿੰਨੇ ਵੀ ਮਹਾਂਦੀਪ ਹੈ, ਮਹਾਸਾਗਰ ਹੈ, ਉਹ ਕਿੱਥੇ ਹਨ ਤੇ ਕਿਵੇਂ ਦਾ ਉਹਨਾਂ ਦਾ ਆਕਾਰ ਹੈ। ਜੇਕਰ ਇਸ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਸਹੀ ਰੂਪ ਦੇ ਵਿੱਚ ਆਪਾਂ ਗਲੋਬ ਦੇ ਵਿੱਚ ਹੀ ਦਿਖਾ ਸਕਦੇ ਹਾਂ, ਜਦਕਿ ਮੈਪ ਦੇ ਉੱਤੇ ਜਿਹੜੇ ਧਰੁਵ ਹਨ, ਯਾਨੀ ਕਿ ਇਹ ਵਾਲੀ ਸਾਈਡ ਤੇ ਇਹ ਵਾਲੀ ਸਾਈਡ ਹੈ ਜਿਹੜੀ ਉਹ ਵੱਡੀ ਨਜ਼ਰ ਆਉਂਦੀ ਹੈ ਮੈਪ ਦੇ ਉੱਪਰ ਆਪਾਂ ਨੂੰ, ਲੇਕਿਨ ਜਿਹੜਾ ਗਲੋਬ ਹੈ ਉਸ ਦੇ ਉੱਪਰ ਇਹ ਸਹੀ ਆਪਾਂ ਨੂੰ ਦਿਖਾਈ ਦਿੰਦੇ ਹਨ। ਨੈਕਸਟ ਦੇਖੋ ਜੀ, ਕਹਿ ਰਿਹਾ ਕਿ ਗਲੋਬ ਦੇ ਚਿੱਤਰ ਵੱਲ ਦੇਖਦੇ ਹਾਂ, ਉੱਪਰਲੇ ਸਿਰੇ ਅਤੇ ਹੇਠਲੇ ਸਿਰੇ ਤੇ ਜਿਹੜੇ ਪੇਚ ਆ ਉਹ ਆਪਾਂ ਨੂੰ ਦਿਖਾਈ ਦੇਣਗੇ। ਉੱਪਰਲੇ ਸਿਰੇ ਨੂੰ ਉੱਤਰੀ ਧਰੁਵ ਅਤੇ ਹੇਠਲੇ ਸਿਰੇ ਨੂੰ ਦੱਖਣੀ ਧਰੁਵ ਹੈ ਜਿਹੜਾ ਉਹ ਮੰਨਿਆ ਜਾਂਦਾ, ਜਿਵੇਂ ਆਪਾਂ ਦੇਖਿਆ ਸੀਗਾ ਕਿ ਇਸ ਤਰ੍ਹਾਂ ਦਾ ਆਪਣਾ ਗਲੋਬ ਸੀਗਾ। ਤੇ ਆਹ ਵਾਲਾ ਕਹਿੰਦਾ ਹੈ ਇਹ ਉੱਤਰੀ ਧਰੁਵ ਯਾਨੀ ਕਿ ਨਾਰਥ ਪੋਲ ਹੋ ਗਿਆ ਤੇ ਇਹ ਆਪਣਾ ਜਿਹੜਾ ਸਾਊਥ ਪੋਲ ਹੋ ਗਿਆ। ਉਸ ਤੋਂ ਬਾਅਦ ਕਹਿ ਰਿਹਾ ਹੈ ਕਿ ਅੱਗੇ ਗਲੋਬ ਦੇ ਅੱਧ ਵਿਚਕਾਰੋਂ ਪੂਰਬ ਤੋਂ ਪੱਛਮ ਦਿਸ਼ਾ ਵੱਲ ਇੱਕ ਰੇਖਾ ਦਿਖਾਈ ਦਿੰਦੀ ਹੈ, ਇਸ ਨੂੰ ਭੂਮੱਧ ਰੇਖਾ ਮੰਨਿਆ ਜਾਂਦਾ ਹੈ। ਜਿਵੇਂ ਇਹ ਆਪਣਾ ਗਲੋਬ ਹੋ ਗਿਆ ਤੇ ਇਸ ਤਰ੍ਹਾਂ ਇੱਕ ਜਿਹੜੀ ਰੇਖਾ ਉਹ ਆਪਾਂ ਨੂੰ ਦਿਖਾਈ ਦਿੰਦੀ ਹੈ, ਜਿਸ ਨੂੰ ਆਪਾਂ ਭੂਮੱਧ ਰੇਖਾ ਆਖਦੇ ਹਾਂ। ਇਹ ਕਹਿੰਦਾ ਜੀ ਇੱਕ ਕਾਲਪਨਿਕ ਰੇਖਾ ਹੈ, ਯਾਨੀ ਕਿ ਇੱਕ ਇਮੇਜਨਰੀ ਲਾਈਨ ਹੈ। ਵਿਗਿਆਨਿਕਾਂ ਨੇ ਧਰਤੀ ਦਾ ਅਧਿਐਨ ਕਰਨ ਲਈ ਖਿੱਚੀ ਹੈ। ਇਹ ਰੇਖਾ ਧਰਤ ਗੋਲੇ ਨੂੰ 2 ਅਰਧ ਭਾਗਾਂ ਵਿੱਚ ਵੰਡਦੀ ਹੈ। ਭੂਮੱਧ ਰੇਖਾ ਦੀ ਅੱਗੇ ਡੈਫੀਨੇਸ਼ਨ ਦੇ ਰਿਹਾ ਜੀ, ਇਹ ਇੱਕ ਕਲਪਿਤ ਰੇਖਾ ਹੈ ਜੋ ਧਰਤੀ ਨੂੰ 2 ਇੱਕ ਸਮਾਨ ਅਰਧ ਭਾਗਾਂ ਵਿੱਚ ਵੰਡਦੀ ਹੈ, ਜਿਨ੍ਹਾਂ ਨੂੰ ਅਰਧ ਗੋਲਾ ਆਖਦੇ ਹਨ। ਜਿਵੇਂ ਮੰਨ ਕੇ ਚੱਲੋ ਇਹ ਆਪਣੀ ਧਰਤੀ ਹੈ ਤੇ ਇਹ ਆਪਣੀ ਭੂਮੱਧ ਰੇਖਾ ਹੈ, ਤਾਂ ਇੱਕ ਜਿਹੜਾ ਗੋਲਾ ਹੈ ਉਸ ਦੇ 2 ਅੱਧ ਗੋਲੇ ਕਰ ਦਿੰਦੀ ਹੈ, ਜਿਨ੍ਹਾਂ ਨੂੰ ਅਰਧ ਗੋਲੇ ਆਖਦੇ ਹਨ। ਤੇ ਇਹ ਇਹਨਾਂ ਨੂੰ ਸਮਾਨ ਭਾਗਾਂ ਦੇ ਵਿੱਚ ਵੰਡਦੀ ਹੈ, ਮਤਲਬ ਜਿੰਨਾ ਏਰੀਆ ਇਹਦਾ ਹੋਊਗਾ ਓਨਾ ਏਰੀਆ ਹੀ ਜਿਹੜਾ ਨੀਚੇ ਵਾਲਾ ਅੱਧਾ ਚੱਕਰ ਹੈ ਉਸ ਦਾ ਹੋਏਗਾ। ਉੱਪਰਲੇ ਅਰਧ ਗੋਲੇ ਨੂੰ ਉੱਤਰੀ ਅਰਧ ਗੋਲਾ ਆਖਦੇ ਹਨ, ਮਤਲਬ ਇਸ ਲਾਈਨ ਦੇ ਜਿਹੜੇ ਉੱਪਰ ਵਾਲਾ ਗੋਲਾ ਹੈ ਇਸ ਨੂੰ ਉੱਤਰੀ ਅਰਧ ਗੋਲਾ ਜਾਂ ਫਿਰ ਨੌਰਥ ਹੈਮੀਸਫੇਅਰ ਆਖਦੇ ਹਨ, ਅਤੇ ਹੇਠਲਾ ਜਿਹੜਾ ਅਰਧ ਗੋਲਾ ਹੈ ਇਸ ਨੂੰ ਦੱਖਣੀ ਅਰਧ ਗੋਲਾ ਯਾਨੀ ਕਿ ਸਾਊਦਰਨ ਜਿਹੜਾ ਹੈਮੀਸਫੇਅਰ ਹੈ ਉਹ ਆਖਦੇ ਹਨ। ਅਰਧ ਗੋਲਾ ਕੀ ਹੈ ਜੀ? ਗੋਲੇ ਦੇ ਅੱਧੇ ਭਾਗ ਨੂੰ ਅਰਧ ਗੋਲਾ ਆਖਦੇ ਹਨ। ਜਿਵੇਂ ਇਹ ਆਪਣੀ ਧਰਤੀ ਸੀਗੀ ਪੂਰੀ ਤੇ ਇਸ ਦੇ ਆਪਾਂ 2 ਪਾਰਟ ਕਰਤੇ ਤੇ ਇਹ ਵਾਲਾ ਤੇ ਇਹ ਵਾਲਾ ਹੈ, ਇਸ ਨੂੰ ਆਪਾਂ ਅਰਧ ਗੋਲਾ ਆਖਦੇ ਹਾਂ।
ਨੈਕਸਟ ਆਪਣਾ ਬਹੁਤ ਹੀ ਇੰਪੋਰਟੈਂਟ ਟੌਪਿਕ ਸ਼ੁਰੂ ਹੋ ਰਿਹਾ ਜੀ, ਅਕਸ਼ਾਂਸ਼। ਅਕਸ਼ਾਂਸ਼ ਜਿਸ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਹਨ ਲੈਟੀਟਿਊਡ। ਵਿਗਿਆਨਿਕਾਂ ਨੇ ਗਲੋਬ ਨੂੰ ਧਰਤੀ ਦਾ ਪ੍ਰਤੀਰੂਪ ਮੰਨਦਿਆਂ ਧਰਤੀ ਦਾ ਅਧਿਐਨ ਕਰਨ ਲਈ ਪੂਰਬ ਤੋਂ ਪੱਛਮ ਦਿਸ਼ਾ ਵੱਲ ਜਿਹੜੀਆਂ ਹੈ ਇਮੇਜਨਰੀ ਜਿਹੜੀਆਂ ਲਾਈਨਸ ਉਹ ਖਿੱਚੀਆਂ। ਇਹ ਸਾਰੀਆਂ ਰੇਖਾਵਾਂ ਗੋਲਾਕਾਰ ਰੂਪ ਹਨ, ਇਹ ਭੂਮੱਧ ਰੇਖਾ ਦੇ ਸਮਾਂਤਰ ਹਨ ਅਤੇ ਇਹਨਾਂ ਨੂੰ ਅਕਸ਼ਾਂਸ਼ ਜਾਂ ਫਿਰ ਵਿਤਕਾਰ ਰੇਖਾਵਾਂ ਆਖਦੇ ਹਨ। ਸਮਾਂਤਰ ਰੇਖਾਵਾਂ ਕੀ ਹੁੰਦੀਆਂ ਜੀ? ਉਹ ਰੇਖਾਵਾਂ ਹਨ ਜਿਹੜੀਆਂ ਇੱਕ ਦੂਜੇ ਨਾਲੋਂ ਇੱਕੋ ਹੀ ਵਿੱਥ ਨਾਲ ਖਿੱਚੀਆਂ ਜਾਂਦੀਆਂ ਹਨ ਅਤੇ ਇਹ ਰੇਖਾਵਾਂ ਇੱਕ ਦੂਜੇ ਨੂੰ ਕਿਸੇ ਵੀ ਬਿੰਦੂ 'ਤੇ ਨਹੀਂ ਕੱਟਦੀਆਂ। ਇਹ ਸਿੱਧੀਆਂ ਜਾਂ ਗੋਲਾਕਾਰ ਕਿਸੇ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਹਾਂਜੀ, ਇੱਥੇ ਗੱਲ ਕਰਿਆ ਜੀ ਅਕਸ਼ਾਂਸ਼ ਰੇਖਾਵਾਂ ਕੀ ਹੁੰਦੀਆਂ ਹਨ ਜਾਂ ਲੈਟੀਟਿਊਡ। ਲੈਟੀਟਿਊਡ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਲੇਟੀਆਂ ਹੋਈਆਂ, ਅਤੇ ਇਹ ਹੋ ਗਈ ਆਪਣੀ ਭੂਮੱਧ ਰੇਖਾ। ਅਤੇ ਭੂਮੱਧ ਰੇਖਾ ਦੇ ਸਮਾਂਤਰ, ਸਮਾਂਤਰ ਦਾ ਕੀ ਅਰਥ ਹੈ ਜੀ? ਇੱਥੇ ਮੰਨ ਕੇ ਚੱਲੋ ਇੱਕ ਆਪਾਂ ਲਾਈਨ ਖਿੱਚ ਲਈ ਅਤੇ ਇਸ ਦੇ ਬਿਲਕੁਲ ਪੈਰਲਲ, ਇਸ ਦੇ ਸਾਹਮਣੇ ਇੱਕ ਲਾਈਨ ਖਿੱਚਾਂਗੇ ਜੋ ਬਿਲਕੁਲ ਇਸ ਦੇ ਅਨੁਸਾਰ ਸਿੱਧੀ ਹੋਏਗੀ ਅਤੇ ਅੱਗੇ ਜਾ ਕੇ ਕਿਸੇ ਵੀ ਪੁਆਇੰਟ 'ਤੇ ਇਹ ਕੱਟਣਗੀਆਂ ਨਹੀਂ, ਜਿਵੇਂ ਰੇਲ ਦੀਆਂ ਪਟਰੀਆਂ ਹੁੰਦੀਆਂ ਹਨ ਉਸ ਹਿਸਾਬ ਨਾਲ। ਅਤੇ ਕਹਿੰਦਾ ਹੈ ਕਿ ਇਹ ਪੂਰਬ ਤੋਂ ਪੱਛਮ ਵੱਲ ਖਿੱਚੀਆਂ ਜਾਂਦੀਆਂ ਹਨ। ਇੱਥੇ ਆਪਣਾ ਪੂਰਬ ਹੈ ਅਤੇ ਇੱਥੇ ਆਪਣਾ ਪੱਛਮ ਹੈ, ਅਤੇ ਪੂਰਬ ਤੋਂ ਪੱਛਮ ਵੱਲ ਖਿੱਚੀਆਂ ਜਾਂਦੀਆਂ ਹਨ। ਅਤੇ ਇਹਨਾਂ ਸਾਰੀਆਂ ਜਿੰਨੀਆਂ ਵੀ ਰੇਖਾਵਾਂ ਹਨ ਇਹਨਾਂ ਨੂੰ ਆਪਾਂ ਅਕਸ਼ਾਂਸ਼ ਰੇਖਾਵਾਂ ਆਖਦੇ ਹਾਂ। ਇਹ ਆਪਾਂ ਪੜ੍ਹ ਲਿਆ ਸੀ ਕਿ ਇਸ ਭੂਮੱਧ ਰੇਖਾ ਦੇ ਜਿਹੜਾ ਉੱਪਰ ਵਾਲਾ ਹਿੱਸਾ ਹੈ ਉਸ ਨੂੰ ਆਪਾਂ ਉੱਤਰੀ ਅਰਧਗੋਲਾ ਅਤੇ ਨੀਚੇ ਵਾਲਾ ਹਿੱਸਾ ਇਸ ਨੂੰ ਦੱਖਣੀ ਅਰਧਗੋਲਾ ਆਖਦੇ ਹਾਂ। ਨੈਕਸਟ ਕਹਿ ਰਿਹਾ ਜੀ ਉੱਪਰਲੇ ਚਿੱਤਰ ਵੱਲ ਦੇਖੋ, 0 ਡਿਗਰੀ ਅਕਸ਼ਾਂਸ਼ ਵਿੱਚੋਂ ਖਿੱਚੀ ਰੇਖਾ ਨੂੰ ਭੂਮੱਧ ਰੇਖਾ ਆਖਦੇ ਹਨ। ਯਾਨੀ ਕਿ ਇਹ ਆਪਣਾ ਹੋ ਗਿਆ 0 ਡਿਗਰੀ ਅਤੇ ਇਸ ਨੂੰ ਆਪਾਂ ਭੂਮੱਧ ਰੇਖਾ ਆਖਦੇ ਹਾਂ। ਇਸ ਰੇਖਾ ਤੋਂ ਉੱਪਰ ਵੱਲ ਅਕਸ਼ਾਂਸ਼ਾਂ 'ਚੋਂ ਖਿੱਚੀਆਂ ਗਈਆਂ ਰੇਖਾਵਾਂ ਨਾਲ N ਜਾਂ ਉੱਤਰ ਲਿਖਿਆ ਜਾਂਦਾ ਹੈ ਅਤੇ ਦੱਖਣ ਵੱਲ ਅਕਸ਼ਾਂਸ਼ਾਂ 'ਚ ਖਿੱਚੀਆਂ ਗਈਆਂ ਰੇਖਾਵਾਂ ਨਾਲ S ਜਾਂ ਦੱਖਣ ਲਿਖਿਆ ਜਾਂਦਾ ਹੈ। ਮਤਲਬ ਉੱਪਰ ਜਿੰਨੀਆਂ ਵੀ ਆਪਾਂ ਅਕਸ਼ਾਂਸ਼ ਰੇਖਾਵਾਂ ਖਿੱਚਾਂਗੇ ਉਹਨਾਂ ਦੇ ਨਾਲ ਆਪਾਂ N ਯਾਨੀ ਕਿ ਨੌਰਥ ਲਿਖ ਦਾਂਗੇ, ਅਤੇ ਜਿੰਨੀਆਂ ਨੀਚੇ ਆਪਾਂ ਅਕਸ਼ਾਂਸ਼ ਰੇਖਾਵਾਂ ਖਿੱਚਾਂਗੇ ਉਹਨਾਂ ਨਾਲ ਆਪਾਂ S ਯਾਨੀ ਕਿ ਸਾਊਥ ਲਿਖ ਦਾਂਗੇ। ਭੂਮੱਧ ਰੇਖਾ ਤੋਂ ਉੱਤਰ ਵੱਲ 90 ਡਿਗਰੀ ਅਕਸ਼ਾਂਸ਼ ਰੇਖਾਵਾਂ ਅਤੇ ਦੱਖਣ ਵੱਲ ਵੀ 90 ਡਿਗਰੀ ਅਕਸ਼ਾਂਸ਼ ਰੇਖਾਵਾਂ ਖਿੱਚੀਆਂ ਗਈਆਂ ਮੰਨੀਆਂ ਜਾਂਦੀਆਂ ਹਨ। ਇਸ ਤਰ੍ਹਾਂ ਭੂਮੱਧ ਰੇਖਾ ਸਮੇਤ ਵਿਤਕਾਰਾਂ ਦੀ ਕੁੱਲ ਗਿਣਤੀ 181 ਹੋ ਜਾਂਦੀ ਹੈ। ਇਹ ਤੁਸੀਂ ਯਾਦ ਰੱਖਣਾ ਹੈ ਜੀ ਕਿ ਟੋਟਲ ਆਪਣੇ ਜਿਹੜੇ ਅਕਸ਼ਾਂਸ਼ ਰੇਖਾਵਾਂ ਹਨ ਉਹ ਕਿੰਨੀਆਂ ਹਨ, ਅਤੇ ਉਹ ਹਨ 181। ਇਸ ਜਿਹੜੀ ਭੂਮੱਧ ਰੇਖਾ ਹੈ ਇਸ ਤੋਂ 90 ਰੇਖਾਵਾਂ ਆਪਾਂ ਉੱਪਰ ਵੱਲ ਖਿੱਚਾਂਗੇ ਅਤੇ 90 ਰੇਖਾਵਾਂ ਆਪਾਂ ਨੀਚੇ ਵੱਲ ਖਿੱਚਾਂਗੇ। ਤਾਂ 90 ਅਤੇ 90 180 ਇਹ ਹੋ ਗਿਆ, ਅਤੇ ਇੱਕ ਆਪਣੀ 0 ਡਿਗਰੀ ਵਾਲੀ ਰੇਖਾ ਹੋ ਗਈ। ਤਾਂ ਇਸ ਨੂੰ ਆਪਾਂ 181 ਜਿਹੜੀਆਂ ਟੋਟਲ ਅਕਸ਼ਾਂਸ਼ ਰੇਖਾਵਾਂ ਹੈ ਇਸ ਨੂੰ ਆਪਾਂ ਮੰਨ ਕੇ ਚੱਲਦੇ ਹਾਂ। ਜੇ ਕੁਐਸਚਨ ਵਿੱਚ ਅਕਸ਼ਾਂਸ਼ ਰੇਖਾਵਾਂ ਪੁੱਛਦਾ ਹੈ ਤਾਂ ਉਹ 181 ਹੋਣਗੀਆਂ। ਜੇਕਰ ਇਕੱਲੇ ਅਕਸ਼ਾਂਸ਼ ਪੁੱਛਦਾ ਹੈ ਤਾਂ ਉਹ ਹੋ ਜਾਣਗੇ ਆਪਣੇ 179। 179 ਕਿਵੇਂ ਹੋਣਗੇ? ਕਿਉਂਕਿ ਅਕਸ਼ਾਂਸ਼ ਜਿਹੜਾ ਹੈ ਫਿਰ ਉਹ ਇੱਕ ਪੁਆਇੰਟ ਦੇ ਵਿੱਚ ਆ ਜਾਏਗਾ, ਇਹ ਵਾਲਾ ਅਤੇ ਇਹ ਵਾਲਾ। ਅਤੇ ਇਸ ਤਰ੍ਹਾਂ ਨੌਰਥ ਪੋਲ ਅਤੇ ਜਿਹੜਾ ਸਾਊਥ ਪੋਲ ਹੈ ਉਹ ਜਿਹੜੇ ਦੋ ਆ ਉਹ ਮਾਈਨਸ ਹੋ ਜਾਣਗੇ 181 ਦੇ ਵਿੱਚੋਂ। ਇਸ ਤਰ੍ਹਾਂ ਆਪਣੇ ਅਕਸ਼ਾਂਸ਼ ਹੋ ਜਾਣਗੇ ਟੋਟਲ 179 ਅਤੇ ਅਕਸ਼ਾਂਸ਼ ਰੇਖਾਵਾਂ ਹੋ ਜਾਣਗੀਆਂ 181। ਨੈਕਸਟ ਦੇਖੋ ਜੀ, ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਵਿਤਕਾਰ ਜਾਂ ਅਕਸ਼ਾਂਸ਼ ਗੋਲਾਕਾਰ ਰੇਖਾਵਾਂ ਹਨ ਅਤੇ ਭੂਮੱਧ ਰੇਖਾ ਦਾ ਵਿਤਕਾਰੀ ਗੋਲਾ ਸਭ ਤੋਂ ਵੱਡਾ ਹੈ। ਹਾਂਜੀ, ਇਹ ਧਿਆਨ ਦੇਣ ਯੋਗ ਗੱਲ ਹੈ ਅਤੇ ਇੱਥੋਂ ਹੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਸਭ ਤੋਂ ਵੱਡਾ ਜਿਹੜਾ ਅਕਸ਼ਾਂਸ਼ ਰੇਖਾ ਹੈ ਜਾਂ ਅਕਸ਼ਾਂਸ਼ ਜਿਹੜਾ ਗੋਲਾ ਹੈ ਉਹ ਕਿਹੜਾ ਹੈ? ਤਾਂ ਉਹ ਹੈ ਭੂਮੱਧ ਰੇਖਾ, ਕਿਉਂਕਿ ਇਹ ਆਪਣੀ ਧਰਤੀ ਹੈ ਅਤੇ ਇਸ ਦੇ ਰਾਊਂਡ ਆਪਾਂ ਜਦੋਂ ਵੀ ਇੱਕ ਲਾਈਨ ਖਿੱਚਾਂਗੇ ਅਤੇ ਜਿਹੜੀ ਸੈਂਟਰ ਵਿੱਚ ਲਾਈਨ ਹੋਏਗੀ ਉਹ ਸਭ ਤੋਂ ਵੱਡੀ ਹੋਏਗੀ। ਫਿਰ ਕਹਿੰਦਾ ਜੀ ਜਿਵੇਂ ਜਿਵੇਂ ਆਪਾਂ ਉੱਤਰ ਜਾਂ ਦੱਖਣ ਵੱਲ ਨੂੰ ਜਾਈਏ ਤਾਂ ਅਕਸ਼ਾਂਸ਼ਾਂ ਤੋਂ ਖਿੱਚੇ ਗਏ ਗੋਲਿਆਂ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ। ਸਹੀ ਗੱਲ ਹੈ ਜੀ। ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾਂ ਫਿਰ ਨੀਚੇ ਵੱਲ ਨੂੰ ਆਵਾਂਗੇ ਅਤੇ ਜਿੰਨੇ ਵੀ ਅਕਸ਼ਾਂਸ਼ ਆਪਾਂ ਖਿੱਚਾਂਗੇ ਜਿਵੇਂ ਇਸ ਤਰ੍ਹਾਂ ਰਾਊਂਡ ਦੇ ਵਿੱਚ, ਤਾਂ ਉਹਨਾਂ ਦਾ ਆਕਾਰ ਹੈ ਜਿਹੜਾ ਉਹ ਛੋਟਾ ਹੁੰਦਾ ਜਾਏਗਾ। ਭੂਮੱਧ ਰੇਖਾ ਤੋਂ ਦੂਸਰੇ ਅਕਸ਼ਾਂਸ਼ਾਂ ਦੀ ਦੂਰੀ ਕੋਣ ਦੂਰੀ ਹੁੰਦੀ ਹੈ, ਜਿਸ ਨੂੰ ਡਿਗਰੀ ਦੀ ਇਕਾਈ ਵਿੱਚ ਦਰਸਾਇਆ ਜਾਂਦਾ ਹੈ। ਅੱਗੇ 1 ਡਿਗਰੀ 60 ਮਿੰਟਾਂ ਵਿੱਚ ਅਤੇ 1 ਮਿੰਟ
ਅੱਗੇ 60 ਸੈਕਿੰਡਾਂ ਵਿੱਚ ਵੰਡਿਆ ਜਾਂਦਾ ਹੈ। ਇਸ ਦੀ ਗੱਲ ਕਰ ਰਿਹਾ ਜੀ ਕਿ ਇਹ ਜਿਹੜੇ ਵੀ ਅਕਸ਼ਾਂਸ਼ ਰੇਖਾਵਾਂ ਹਨ ਆਪਾਂ ਇਹਨਾਂ ਨੂੰ ਡਿਗਰੀ ਦੇ ਰੂਪ ਵਿੱਚ ਦਰਸਾਉਂਦੇ ਹਾਂ, ਜਿਵੇਂ 0 ਡਿਗਰੀ, 1 ਡਿਗਰੀ, 2 ਡਿਗਰੀ, 3 ਡਿਗਰੀ, ਅਤੇ ਅੱਗੇ ਫਿਰ ਇਹਨਾਂ ਨੂੰ ਮਿੰਟਾਂ ਵਿੱਚ ਅਤੇ ਫਿਰ ਸੈਕਿੰਡਾਂ ਵਿੱਚ ਅੱਗੇ ਵੰਡਿਆ ਹੁੰਦਾ ਹੈ। ਇਸ ਤੋਂ ਬਾਅਦ ਅਕਸਰ ਜਿਹੜਾ ਕੁਐਸਚਨ ਉਹ ਪੁੱਛਿਆ ਜਾਂਦਾ ਹੈ, ਜਿਹੜੇ ਪ੍ਰਮੁੱਖ ਆਪਣੇ ਵਿਤਕਾਰ ਜਾਂ ਫਿਰ ਅਕਸ਼ਾਂਸ਼ ਜਾਂ ਫਿਰ ਲੈਟੀਟਿਊਡ ਕਿਹੜੇ ਹਨ। ਭੂਮੱਧ ਰੇਖਾ ਇੱਕ ਮਹੱਤਵਪੂਰਨ ਅਕਸ਼ਾਂਸ਼ ਹੈ ਜੋ ਗਲੋਬ ਨੂੰ 2 ਬਰਾਬਰ ਹਿੱਸਿਆਂ ਵਿੱਚ ਵੰਡਦਾ ਹੈ। ਤਾਂ ਇਹ ਕੁਐਸਚਨ ਸਿੱਧਾ ਸਿੱਧਾ ਪੁੱਛਿਆ ਜਾਂਦਾ ਹੈ ਕਿ ਕਿਹੜੀ ਰੇਖਾ ਜਾਂ ਕਿਹੜਾ ਅਕਸ਼ਾਂਸ਼ ਜਿਹੜਾ ਹੈ ਆਪਣਾ ਜਿਹੜਾ ਗਲੋਬ ਹੈ ਜਾਂ ਧਰਤੀ ਹੈ ਉਸ ਨੂੰ 2 ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਤਾਂ ਭੂਮੱਧ ਰੇਖਾ ਅਤੇ ਇਹ ਸਭ ਤੋਂ ਵੱਡਾ ਜਿਹੜਾ ਅਕਸ਼ਾਂਸ਼ ਰੇਖਾ ਹੈ ਉਹ ਵੀ ਹੈ। ਇਸ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਵਿਤਕਾਰ ਜਾਂ ਅਕਸ਼ਾਂਸ਼ ਰੇਖਾਵਾਂ ਹਨ ਜਿਹੜੀਆਂ ਕਿ ਆਪਾਂ ਇਸ ਚਿੱਤਰ ਵਿੱਚ ਦੇਖਦੇ ਹਾਂ ਅੱਗੇ। ਹਾਂਜੀ, ਇਸ ਨੂੰ ਤੁਸੀਂ ਧਿਆਨ ਨਾਲ ਦੇਖ ਲੈਣਾ ਜੀ। ਇੱਥੇ ਲਿਖਾਂਗੇ ਆਪਾਂ ਜੀ ਨੌਰਥ, ਇੱਥੇ ਵੀ ਲਿਖਾਂਗੇ ਨੌਰਥ, ਇੱਥੇ ਲਿਖਾਂਗੇ ਸਾਊਥ, ਇੱਥੇ ਵੀ ਲਿਖਾਂਗੇ ਸਾਊਥ। ਇਹ ਆਪਣਾ ਹੋ ਜਾਏਗਾ ਨਾਰਥ ਪੋਲ, ਇਹ ਆਪਣਾ ਹੋ ਜਾਏਗਾ ਸਾਊਥ ਪੋਲ। ਤਾਂ 0 ਡਿਗਰੀ 'ਤੇ ਜੀ ਆਪਣੀ ਭੂਮੱਧ ਰੇਖਾ। ਉਸ ਤੋਂ ਬਾਅਦ ਜੇਕਰ ਉੱਤਰ ਵੱਲ ਜਾਈਏ, ਨਾਰਥ ਵੱਲ ਜਾਈਏ ਤਾਂ 23.5 ਡਿਗਰੀ 'ਤੇ ਜੀ ਆਪਣੀ ਕਰਕ ਰੇਖਾ। ਉਸ ਤੋਂ ਬਾਅਦ ਆਰਕਟਿਕ ਗੋਲਾਕਾਰ। ਨੀਚੇ ਆਈਏ ਤੇ 23.5 ਡਿਗਰੀ 'ਤੇ ਹੈਗੀ ਹੈ ਜੀ ਮੱਕਰ ਰੇਖਾ। ਉਸ ਤੋਂ ਬਾਅਦ ਨੀਚੇ ਆਈਏ ਤੇ 66 ਡਿਗਰੀ 'ਤੇ ਹੈ ਜੀ ਅੰਟਾਰਕਟਿਕ ਗੋਲਾਕਾਰ। ਇਸੇ ਤਰ੍ਹਾਂ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਹਨ ਟ੍ਰੋਪਿਕ ਆਫ ਕੈਂਸਰ, ਟ੍ਰੋਪਿਕ ਆਫ ਕੈਪਰੀਕੋਨ, ਆਰਕਟਿਕ ਸਰਕਲ ਅਤੇ ਅੰਟਾਰਕਟਿਕ ਸਰਕਲ। ਅਤੇ ਇਹ ਜਿਹੜੇ ਬਿੰਦੂ ਹੈ ਇਹ ਆਪਣੇ ਹੋ ਜਾਣਗੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ। ਇੱਥੋਂ ਕੁਐਸਚਨ ਇਹੀ ਪੁੱਛਿਆ ਜਾਂਦਾ ਹੈ ਜੀ ਕਿ ਕਰਕ ਰੇਖਾ ਕਿੱਥੇ ਹੈ। ਤੁਹਾਨੂੰ 4 ਨੀਚੇ ਆਪਸ਼ਨ ਦਿੱਤੇ ਜਾਣਗੇ ਤਾਂ ਤੁਸੀਂ ਧਿਆਨ ਵਿੱਚ ਇਹੀ ਰੱਖਣਾ ਕਿ 23.5 ਡਿਗਰੀ ਦੇ ਨਾਲ ਜਿਹੜਾ ਹੈ ਨਾਰਥ ਲੱਗਿਆ ਹੋਵੇਗਾ ਅਤੇ ਉਹ ਕਰਕ ਹੋਏਗਾ। ਜੇਕਰ 23.5 ਡਿਗਰੀ ਦੇ ਨਾਲ ਸਾਊਥ ਜਾਂ ਫਿਰ ਦੱਖਣ ਲੱਗਿਆ ਹੋਏਗਾ ਤੇ ਉਹ ਮੱਕਰ ਰੇਖਾ ਹੋਏਗੀ। ਇਹ ਜਿਹੜਾ ਸਭ ਕੁਝ ਹੈ ਜੋ ਆਪਾਂ ਚਿੱਤਰ ਵਿੱਚ ਹੁਣੇ ਦੇਖਿਆ ਹੋਈ ਹੈ ਜੀ, ਮੱਕਰ ਰੇਖਾ, ਕਰਕ ਰੇਖਾ, ਆਰਕਟਿਕ ਬਿਰਤ ਅਤੇ ਅੰਟਾਰਕਟਿਕ ਜਿਹੜਾ ਬ੍ਰਿਤ ਹੈ ਜਾਂ ਚੱਕਰ ਹੈ ਉਹ ਆਪਾਂ ਦੇਖ ਲਿਆ। ਹੁਣ ਆਪਾਂ ਪੜ੍ਹਦੇ ਹਾਂ ਜੀ ਜਿਹੜੇ ਅਕਸ਼ਾਂਸ਼ ਆਪਣੇ, ਜਿਹੜੇ ਲੈਟੀਟਿਊਡ ਹੈ ਜਾਂ ਜਿਹੜੇ ਵਿਤਕਾਰ ਹੈ ਉਹਨਾਂ ਦਾ ਮਹੱਤਵ ਕੀ ਹੈ, ਉਹਨਾਂ ਦੀ ਇੰਪੋਰਟੈਂਸ ਕੀ ਹੈ, ਕਿਉਂ ਇਹ ਲਾਈਨਾਂ ਜਿਹੜੀਆਂ ਹੈ ਗਲੋਬ 'ਤੇ ਖਿੱਚੀਆਂ ਗਈਆਂ ਹਨ। ਅਕਸ਼ਾਂਸ਼ਾਂ ਦਾ ਸਾਡੇ ਲਈ ਬਹੁਤ ਮਹੱਤਵ ਹੈ। ਜੇ ਸਾਨੂੰ ਇੱਕ ਜਗ੍ਹਾ ਦੀ ਅਕਸ਼ਾਂਸ਼ੀ ਜਾਂ ਵਿਤਕਾਰੀ ਸਥਿਤੀ ਪਤਾ ਹੋਵੇ ਤਾਂ ਅਸੀਂ ਸਹਿਜੇ ਹੀ ਪਤਾ ਲਗਾ ਸਕਦੇ ਹਾਂ ਕਿ ਉੱਥੋਂ ਦੇ ਤਾਪਮਾਨ ਦੀ ਹਾਲਤ ਕੀ ਹੈ। ਮਤਲਬ ਜਿਹੜੀਆਂ ਇਹ ਲਾਈਨਾਂ ਖਿੱਚੀਆਂ ਜਾਂਦੀਆਂ ਹਨ ਟੇਡੀਆਂ ਲੈਟੀਟਿਊਡਸ, ਇਹਨਾਂ ਨਾਲ ਆਪਾਂ ਕਿਸੇ ਵੀ ਸਥਾਨ ਦੇ ਉੱਤੇ ਉੱਥੇ ਸਰਦੀ ਹੋਵੇਗੀ ਜਾਂ ਗਰਮੀ ਹੋਵੇਗੀ ਉਸ ਦਾ ਆਪਾਂ ਪਤਾ ਲਗਾ ਸਕਦੇ ਹਾਂ, ਯਾਨੀ ਕਿ ਤਾਪਮਾਨ ਦਾ ਪਤਾ ਲਗਾ ਸਕਦੇ ਹਾਂ ਕਿ ਤਾਪਮਾਨ ਉੱਥੋਂ ਦਾ ਜਿਹੜਾ ਹੈ ਕਿਹੋ ਜਿਹਾ ਹੋਏਗਾ। ਤਾਂ ਭੂਮੱਧ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਕਾਰਨ ਗਰਮੀ ਜ਼ਿਆਦਾ ਹੁੰਦੀ ਹੈ ਅਤੇ ਜਿਉਂ ਹੀ ਆਪਾਂ ਉੱਤਰ ਜਾਂ ਦੱਖਣ ਵੱਲ ਜਾਈਏ ਤਾਂ ਇਹ ਤਿਰਛੀਆਂ ਹੁੰਦੀਆਂ ਹਨ ਜਿਸ ਕਰਕੇ ਗਰਮੀ ਘਟਦੀ ਜਾਂਦੀ ਹੈ। ਕਹਿਣ ਦਾ ਮਤਲਬ ਇਹ ਹੈ ਜੀ ਇਹ ਆਪਣੀ ਧਰਤੀ ਹੈ, ਇਹ ਆਪਣੀ ਭੂਮੱਧ ਰੇਖਾ ਹੈ। ਤਾਂ ਇਸ ਏਰੀਏ ਦੇ ਉੱਤੇ ਜਿੰਨੇ ਵੀ ਕੰਟਰੀ ਜਾਂ ਦੇਸ਼ ਆਉਣਗੇ ਉਹਨਾਂ ਵਿੱਚ ਗਰਮੀ ਜ਼ਿਆਦਾ ਹੋਏਗੀ ਅਤੇ ਜਿਵੇਂ ਜਿਵੇਂ ਆਪਾਂ ਉੱਪਰ ਵੱਲ ਨੂੰ ਜਾਂ ਨੀਚੇ ਵੱਲ ਨੂੰ ਚਲੇ ਜਾਵਾਂਗੇ ਉਵੇਂ ਉਵੇਂ ਜਿਹੜੇ ਦੇਸ਼ ਆਉਣਗੇ ਉਹਨਾਂ ਵਿੱਚ ਜਿਹੜੀ ਗਰਮੀ ਦੀ ਮਾਤਰਾ ਉਹ ਘਟਦੀ ਜਾਵੇ। ਨੈਕਸਟ ਕਹਿ ਰਿਹਾ ਜੀ ਕਿ ਅਕਸ਼ਾਂਸ਼ ਦੀ ਮਦਦ ਨਾਲ ਹੀ ਧਰਤੀ ਨੂੰ ਵੱਖ-ਵੱਖ ਤਾਪ ਖੰਡਾਂ ਵਿੱਚ ਵੰਡਿਆ ਜਾਂਦਾ ਹੈ। ਹਾਂਜੀ, ਇਹ ਤੁਸੀਂ ਯਾਦ ਰੱਖਣਾ ਜੀ, ਅਕਸ਼ਾਂਸ਼ਾਂ ਦੀ ਮਦਦ ਨਾਲ ਜਿਹੜੀ ਧਰਤੀ ਹੈ ਉਸ ਨੂੰ ਤਾਪ ਖੰਡਾਂ ਵਿੱਚ ਜਾਂ ਫਿਰ ਜਿਹੜੇ ਜ਼ੋਨ ਹੈ, ਟੈਂਪਰੇਚਰ ਜ਼ੋਨ ਹੈ ਉਹਨਾਂ ਵਿੱਚ ਵੰਡਿਆ ਗਿਆ ਹੈ। ਤਾਂ ਇੱਥੋਂ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ 0 ਡਿਗਰੀ ਤੋਂ ਲੈ ਕੇ 10 ਡਿਗਰੀ ਉੱਤਰ ਅਤੇ 0 ਡਿਗਰੀ ਤੋਂ ਲੈ ਕੇ 10 ਡਿਗਰੀ ਦੱਖਣੀ ਅਕਸ਼ਾਂਸ਼ ਵਿੱਚ ਸਭ ਤੋਂ ਵੱਧ ਗਰਮ ਖੇਤਰ ਆਉਂਦਾ ਹੈ ਅਤੇ ਉਹ ਖੇਤਰ ਜੋ 50 ਡਿਗਰੀ ਉੱਤਰ ਅਤੇ 50 ਡਿਗਰੀ ਦੱਖਣ ਦੇ ਆਸ-ਪਾਸ ਸਥਿਤ ਹਨ ਨੂੰ ਠੰਡੇ ਖੇਤਰ ਆਖਦੇ ਹਨ। ਇਸ ਬਾਰੇ ਆਪਾਂ ਅੱਗੇ ਪੜ੍ਹਾਂਗੇ। ਤਾਂ ਇਹ ਜਿੰਨੇ ਵੀ ਜ਼ੋਨ ਬਣਾਏ ਗਏ ਹਨ ਇਹਨਾਂ ਬਾਰੇ ਆਪਾਂ ਅੱਗੇ ਪੜ੍ਹਾਂਗੇ ਵਿਸਥਾਰ ਵਿੱਚ। ਇੱਥੋਂ ਮੇਨ ਗੱਲ ਹੈ ਜਿਹੜੀ ਇਹੀ ਇਹ ਦੇਖਣ ਵਾਲੀ ਹੈ ਕਿ ਦੋ ਜਿਹੜੇ ਅਕਸ਼ਾਂਸ਼ ਹੁੰਦੇ ਆ ਉਹਨਾਂ ਦੇ ਵਿਚਕਾਰ ਦੀ ਜਿਹੜੀ ਦੂਰੀ ਆ ਉਹ 111 ਕਿਲੋਮੀਟਰ ਹੁੰਦੀ ਆ। ਮੰਨ ਕੇ ਚੱਲੋ ਇਹ ਆਪਣੀ ਧਰਤੀ ਹੋ ਗਈ, ਇਹ ਆਪਣਾ ਇੱਕ ਅਕਸ਼ਾਂਸ਼ ਹੋ ਗਿਆ, ਇਹ ਆਪਣਾ ਹੋ ਗਿਆ ਦੂਜਾ। ਇਹ ਮੰਨ ਕੇ ਚੱਲੋ 0 ਡਿਗਰੀ ਹੈ, ਇਹ ਹੈ 1 ਡਿਗਰੀ। ਤਾਂ ਦੋਨਾਂ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ ਹੈ ਜੀ 111 ਕਿਲੋਮੀਟਰ। ਐਵੇਂ ਹੀ ਮੰਨ ਕੇ ਚੱਲੋ 0 ਡਿਗਰੀ ਤੋਂ ਇਹ ਆਪਣੀ ਲਾਈਨ ਹੈ 3 ਡਿਗਰੀ 'ਤੇ। ਤਾਂ ਇਹ ਕੀ ਹੋ ਜਾਏਗਾ ਕਿ ਜਿਵੇਂ ਜਿਵੇਂ ਆਪਾਂ ਵੱਧਦੇ ਜਾਵਾਂਗੇ ਅਤੇ ਕੋਈ ਆਪਾਂ ਨੂੰ ਪੁੱਛੇ ਕਿ 3 ਡਿਗਰੀ 'ਤੇ ਕੋਈ ਦੇਸ਼ ਹੈਗਾ
ਤੇ ਉਹ 0 ਡਿਗਰੀ ਤੋਂ ਕਿੰਨਾ ਦੂਰ ਹੈ, ਤੇ ਆਪਾਂ 111 ਨੂੰ 3 ਨਾਲ ਮਲਟੀਪਲਾਈ ਕਰਕੇ ਜਾਂ 3 ਵਾਰ ਐਡ ਕਰਕੇ ਦੇਖ ਲਾਂਗੇ ਕਿ ਉਸ ਦਾ ਡਿਸਟੈਂਸ ਹੈ ਜਿਹੜਾ ਕਿੰਨਾ ਬਣਦਾ। ਜਿਵੇਂ ਇੱਥੇ ਤੁਹਾਨੂੰ ਐਗਜ਼ਾਮਪਲ ਦਿੱਤੀ ਗਈ ਹੈ ਕਿ 5 ਡਿਗਰੀ ਉੱਤਰ ਜਾਂ ਫਿਰ ਦੱਖਣ ਦੇ ਵਿੱਚ ਕੋਈ ਵੀ ਅਕਸ਼ਾਂਸ਼ ਜਿਹੜਾ ਹੈ ਉਹ ਸਥਿਤ ਹੈ ਤਾਂ ਭੂਮੱਧ ਰੇਖਾ ਤੋਂ ਉਸ ਦੀ ਦੂਰੀ ਕਿੰਨੀ ਹੋਏਗੀ, 555 ਕਿਲੋਮੀਟਰ। ਹਾਂਜੀ, ਜਿਹੜਾ ਅਕਸ਼ਾਂਸ਼ ਹੈ ਉਹ ਆਪਾਂ ਕਵਰ ਕਰ ਲਿਆ ਤੇ ਉਹ ਤੁਹਾਨੂੰ ਸਭ ਨੂੰ ਸਮਝ ਆ ਗਿਆ ਹੋਏਗਾ। ਪਹਿਲਾਂ ਤਾਂ ਜਿਹੜੇ ਅਕਸ਼ਾਂਸ਼ ਹੈ ਉਹ ਆਪਾਂ ਨੂੰ ਦੱਸਦੇ ਆ ਕਿ ਕਿਸ ਸਥਾਨ ਦੇ ਉੱਤੇ ਕਿਵੇਂ ਦਾ ਤਾਪਮਾਨ ਹੈ, ਅਤੇ ਜਿਹੜੇ ਪ੍ਰਮੁੱਖ ਸੀਗੇ ਉਹ ਆਪਾਂ ਦੇਖੇ ਸੀਗੇ ਜੀ 23.5 ਡਿਗਰੀ ਉੱਤਰ ਦੇ ਵਿੱਚ ਜਿਹੜਾ ਸੀਗਾ ਕਰਕ ਰੇਖਾ, ਐਵੇਂ ਹੀ ਦੱਖਣ ਦੇ ਵਿੱਚ ਮੱਕਰ ਰੇਖਾ, ਉਸ ਤੋਂ ਬਾਅਦ ਜਿਹੜਾ ਹੈ ਆਰਕਟਿਕ ਗੋਲਾਕਾਰ ਤੇ ਅੰਟਾਰਕਟਿਕ ਗੋਲਾਕਾਰ, ਉੱਤਰੀ ਧਰੁਵ ਤੇ ਦੱਖਣੀ ਧਰੁਵ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਦੋ ਜਿਹੜੇ ਅਕਸ਼ਾਂਸ਼ ਆ ਉਹਨਾਂ ਦੇ ਵਿਚਕਾਰ ਦੀ ਦੂਰੀ ਕਿੰਨੀ ਹੈ ਜੀ, 111 ਕਿਲੋਮੀਟਰ। ਹੁਣ ਆਪਾਂ ਗੱਲ ਕਰਾਂਗੇ ਦਿਸ਼ਾਂਤਰ, ਯਾਨੀ ਕਿ ਅਕਸ਼ਾਂਸ਼ ਜਾਂ ਫਿਰ ਲੈਟੀਟਿਊਡ ਹੋ ਗਈ ਜਿਹੜੀਆਂ ਟੇਢੀਆਂ ਰੇਖਾਵਾਂ ਹਨ ਇਹ, ਤੇ ਲੌਂਗੀਟਿਊਡ ਦਾ ਮਤਲਬ ਹੈ ਜਿਹੜੀਆਂ ਆਏ ਸਿੱਧੀਆਂ ਰੇਖਾਵਾਂ ਹਨ ਧਰਤੀ ਦੇ ਉੱਤੇ, ਉਹਨਾਂ ਨੂੰ ਆਪਾਂ ਦਿਸ਼ਾਂਤਰ ਜਾਂ ਫਿਰ ਲੌਂਗੀਟਿਊਡ ਜਾਂ ਫਿਰ ਲੰਬਕਾਰ ਦੇ ਨਾਮ ਨਾਲ ਜਾਣਦੇ ਹਾਂ। ਜੇਕਰ ਅਕਸ਼ਾਂਸ਼ ਰੇਖਾਵਾਂ ਦੀ ਗਿਣਤੀ ਦੀ ਗੱਲ ਕਰੀਏ ਟੋਟਲ ਕਿੰਨੀਆਂ ਹਨ ਤਾਂ 181 ਹਨ। ਜੇਕਰ ਇਕੱਲੇ ਅਕਸ਼ਾਂਸ਼ਾਂ ਦੀ ਗੱਲ ਕਰੀਏ ਕਿ ਇਕੱਲੇ ਅਕਸ਼ਾਂਸ਼ ਕਿੰਨੇ ਹਨ ਤਾਂ ਉਹ ਹਨ ਜੀ 179। ਕਿਹਦੇ ਤੇ, ਗਲੋਬ ਦੇ ਉੱਪਰ। ਇਹ ਤੁਸੀਂ ਧਿਆਨ ਰੱਖਣਾ ਹੈ ਜੀ ਕਿ ਅਕਸ਼ਾਂਸ਼ ਰੇਖਾਵਾਂ ਗਲੋਬ ਦੇ ਉੱਤੇ ਕਿੰਨੀਆਂ ਹਨ, 181, ਤੇ ਅਕਸ਼ਾਂਸ਼ ਰੇਖਾਵਾਂ ਹਨ ਜਿਹੜੀਆਂ ਉਹ ਮੈਪ ਦੇ ਉੱਤੇ ਕਿੰਨੀਆਂ ਹਨ ਤਾਂ ਉਹ ਹੋ ਜਾਣਗੀਆਂ ਜੀ ਆਪਣੀਆਂ 179। ਤਾਂ ਕੁਐਸਚਨ ਤੁਸੀਂ ਧਿਆਨ ਰੱਖਣਾ ਕਿ ਗਲੋਬ ਦੇ ਉੱਤੇ ਪੁੱਛ ਰਿਹਾ ਹੈ ਜਾਂ ਫਿਰ ਮੈਪ ਦੇ ਉੱਤੇ ਪੁੱਛ ਰਿਹਾ। ਗੱਲ ਕਰਦੇ ਹਾਂ ਜੀ ਦਿਸ਼ਾਂਤਰ ਦੀ। ਧਰਤੀ ਦੀ ਪ੍ਰਤੀਨਿਧ ਆਕ੍ਰਿਤੀ ਜਾਂ ਮਾਡਲ ਉੱਤੇ ਉੱਤਰ ਤੋਂ ਦੱਖਣ ਵੱਲ ਖਿੱਚੀਆਂ ਹੋਈਆਂ ਲਾਈਨਾਂ, ਯਾਨੀ ਕਿ ਇਹ ਆਪਣਾ ਗਲੋਬ ਹੈ, ਮੰਨ ਕੇ ਚੱਲੋ ਇਹ ਆਪਣਾ ਉੱਤਰ ਹੋ ਗਿਆ, ਇਹ ਆਪਣਾ ਦੱਖਣ ਹੋ ਗਿਆ। ਤਾਂ ਕਹਿੰਦਾ ਇਸ ਤਰ੍ਹਾਂ ਜਿਹੜੀਆਂ ਲਾਈਨਾਂ ਖਿੱਚੀਆਂ ਜਾਂਦੀਆਂ ਹਨ ਉਹਨਾਂ ਨੂੰ ਆਪਾਂ ਜਿਹੜਾ ਦਿਸ਼ਾਂਤਰ ਕਹਿੰਦੇ ਹਾਂ। ਕਾਫੀ ਹੱਦ ਤੱਕ ਇਹ ਗੋਲਾਕਾਰ ਹੁੰਦੀਆਂ ਹਨ, ਇਹਨਾਂ ਨੂੰ ਅਸੀਂ ਅਰਧ ਗੋਲਾਕਾਰ ਰੇਖਾਵਾਂ ਵਜੋਂ ਵੀ ਪੜ੍ਹਦੇ ਹਾਂ। ਇਹਨਾਂ ਰੇਖਾਵਾਂ ਨੂੰ ਲੰਬਕਾਰ ਜਾਂ ਦਿਸ਼ਾਂਤਰ ਰੇਖਾਵਾਂ ਆਖਦੇ ਹਨ। ਪੜ੍ਹਨ ਵਿੱਚ ਸੌਖ ਲਈ ਇਕਸਾਰ ਮਿਆਰ ਅਨੁਸਾਰ ਜਿਹੜਾ ਦਿਸ਼ਾਂਤਰ ਇੰਗਲੈਂਡ ਦੇ ਵਿੱਚ ਗ੍ਰੀਨਵਿਚ ਵਿੱਚੋਂ ਲੰਘਦਾ ਹੈ ਉਸ ਨੂੰ ਮੁੱਖ ਮਧਿਆਨ ਜਾਂ 0 ਡਿਗਰੀ ਲੰਬਕਾਰ ਦਾ ਨਾਂ ਦਿੱਤਾ ਗਿਆ ਹੈ। ਇਹ ਤੁਸੀਂ ਯਾਦ ਰੱਖਣਾ ਹੈ ਜੀ ਕਿ ਜਿਹੜਾ 0 ਡਿਗਰੀ ਦਿਸ਼ਾਂਤਰ ਹੈ ਉਹ ਕਿੱਥੋਂ ਦੀ ਲੰਘਦਾ ਹੈ ਤਾਂ ਉਹ ਗ੍ਰੀਨਵਿਚੋਂ ਦੀ ਲੰਘਦਾ ਹੈ। ਇਹ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੈ। ਬਾਕੀ ਦਿਸ਼ਾਂਤਰਾਂ ਦੀ ਇਸ ਰੇਖਾ ਤੋਂ ਪੂਰਬ ਅਤੇ ਪੱਛਮ ਵੱਲ ਵੱਖ-ਵੱਖ ਗਿਣਤੀ ਹੈ ਜਿਹੜੀ ਕੀਤੀ ਜਾਂਦੀ ਹੈ। ਮੰਨ ਕੇ ਚੱਲੋ ਇਹ ਆਪਣੀ ਧਰਤੀ ਹੋ ਗਈ, ਇਹ ਆਪਾਂ ਇੱਕ ਅਕਸ਼ਾਂਸ਼ ਰੇਖਾ ਖਿੱਚ ਲਈ ਤਾਂ ਇਸ ਤੋਂ ਉੱਪਰ ਵਾਲਾ ਜਿਹੜਾ ਪਾਰਟ ਹੈ ਉਹ ਹੋ ਗਿਆ ਜੀ ਆਪਣਾ ਉੱਤਰ ਵਾਲਾ, ਤੇ ਨੀਚੇ ਵਾਲਾ ਹੋ ਗਿਆ ਜੀ ਆਪਣਾ ਦੱਖਣ ਵਾਲਾ। ਤੇ ਇਸੇ ਤਰ੍ਹਾਂ ਆਪਾਂ ਇੱਕ ਲਾਈਨ ਆਏ ਖਿੱਚ ਲਈ 0 ਡਿਗਰੀ ਦੀ ਤਾਂ ਇਸ ਤੋਂ ਇੱਧਰ ਵਾਲਾ ਹੋ ਗਿਆ ਜੀ ਆਪਣਾ ਪੂਰਬ ਵਾਲਾ, ਤੇ ਇੱਧਰ ਵਾਲਾ ਹੋ ਗਿਆ ਜੀ ਆਪਣਾ ਪੱਛਮ ਵਾਲਾ। ਤੇ ਇਸ ਤਰ੍ਹਾਂ ਜਿਹੜੀਆਂ 4 ਦਿਸ਼ਾਵਾਂ ਹਨ ਉਹ ਬਣਾਈਆਂ ਗਈਆਂ ਹਨ। ਇਸ ਦੀ ਇੱਥੇ ਗੱਲ ਕਰ ਇਹ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਦਿਸ਼ਾਂਤਰ ਹੈ ਉਹ ਕਿਸ ਤਰ੍ਹਾਂ ਹਨ। ਇਹ ਆਪਣਾ 0 ਡਿਗਰੀ ਹੋ ਗਿਆ ਜਿਹੜਾ ਗ੍ਰੀਨਵਿਚ ਹੈ ਉਸ ਦੇ ਵਿੱਚੋਂ ਲੰਘਦਾ ਹੈ, ਤੇ ਬਾਕੀ ਜਿਹੜੇ ਹੈ 180 ਇੱਧਰ ਹੋ ਗਏ ਤੇ 180 ਹੈ ਜਿਹੜੇ ਇੱਧਰ ਹੋ ਗਏ। ਤੇ ਜਿਹੜਾ 180 ਵਾਲਾ ਹੈ ਇਸ ਨੂੰ ਆਪਾਂ ਕਾਮਨ ਲੈ ਕੇ ਚੱਲਦੇ ਹਾਂ ਜੀ। 180 ਹੈ ਜਿਹੜਾ ਉਹ ਪਿੱਛੇ ਇੱਕ ਹੀ ਹੈ, ਨਾ ਉਸ ਦੇ ਨਾਲ ਪੂਰਬ ਲੱਗਦਾ ਤੇ ਨਾ ਉਸ ਦੇ ਨਾਲ ਪੱਛਮ ਲੱਗਦਾ। ਉਹ ਆਪਣਾ ਜਿਹੜਾ ਹੈ ਕਾਮਨ ਦਿਸ਼ਾਂਤਰ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕਹਿ ਰਿਹਾ ਜੀ ਕਿ ਉੱਪਰ ਦਿੱਤੇ ਚਿੱਤਰ ਵੱਲ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਜਿਹੜਾ ਮੁੱਖ ਮਧਿਆਨ ਹੈ ਰੇਖਾ ਹੈ ਉਹ ਹੈ ਜੀ ਆਪਣਾ 0 ਡਿਗਰੀ ਦਿਸ਼ਾਂਤਰ, ਤੇ ਬਾਕੀ ਸਾਰੇ ਜਿਹੜੇ ਹੈ ਉਹ 180 ਇੱਧਰਲੇ ਪਾਸੇ ਤੇ 180 ਇੱਧਰਲੇ ਪਾਸੇ। ਇਸ ਤਰ੍ਹਾਂ ਜਿਹੜੇ ਟੋਟਲ ਆਪਣੇ ਕੋਲੇ ਦਿਸ਼ਾਂਤਰ ਉਹ ਹੋ ਜਾਂਦੇ ਆ ਜੀ 360। 180 ਦਿਸ਼ਾਂਤਰ 1 ਡਿਗਰੀ ਦੇ ਫਰਕ ਨਾਲ ਮੁੱਖ ਮਧਿਆਨ ਰੇਖਾ ਦੇ ਪੂਰਬ ਅਤੇ ਪੱਛਮ ਵੱਲ ਵੱਖੋ ਵੱਖ ਖਿੱਚੇ ਗਏ ਹਨ। ਪੂਰਬ ਵੱਲ ਦੇ ਦਿਸ਼ਾਂਤਰਾਂ ਦੇ ਨਾਲ ਪੂਰਬ ਯਾਨੀ ਕਿ ਈ ਲਾ ਦਿੰਦੇ ਹਾਂ, ਮਤਲਬ ਇਹ ਆਪਣੀ ਧਰਤੀ ਹੋ ਗਈ। ਤੇ ਜਿਹੜੇ ਇੱਧਰਲੇ ਸਾਈਡ ਆਪਾਂ ਖਿੱਚਾਂਗੇ ਉਹਨਾਂ ਨਾਲ ਈ ਯਾਨੀ ਕਿ ਇੱਧਰ ਜਿਹੜੇ ਆਪਾਂ ਖਿੱਚਾਂਗੇ ਉਹਨਾਂ ਨਾਲ ਈ ਯਾਨੀ ਕਿ ਪੂਰਬ ਲਾ ਦਾਂਗੇ ਈਸਟ, ਤੇ ਜਿਹੜੇ ਇੱਧਰਲੇ ਪਾਸੇ ਖਿੱਚਾਂਗੇ ਉਹਨਾਂ ਨਾਲ ਡਬਲਿਊ ਯਾਨੀ ਕਿ ਵੈਸਟ ਜਾਂ ਫਿਰ ਪੱਛਮ ਲਾ ਦਾਂਗੇ।
ਤੇ ਫਿਰ ਕਹਿ ਰਿਹਾ ਜੀ ਕਿ 180 ਜਿਹੜਾ ਦੇਸ਼ਾਂਤਰ ਹੈ ਆਪਣਾ ਸਾਂਝਾ ਦੇਸ਼ਾਂਤਰ ਹੈ, ਇਸ ਲਈ ਇਸ ਦੇ ਨਾਲ E ਅਤੇ W ਨਹੀਂ ਲਿਖਿਆ ਜਾਂਦਾ। ਇਹ ਤੁਸੀਂ ਯਾਦ ਰੱਖਣਾ, ਇਹ ਤੋਂ ਅਕਸਰ ਜਿਹੜਾ ਕੁਐਸਚਨ ਉਹ ਪੁੱਛਿਆ ਜਾਂਦਾ ਹੈ। ਦੋ ਦੇਸ਼ਾਂਤਰਾਂ ਵਿਚਲਾ ਫਾਸਲਾ ਡਿਗਰੀ ਦੀ ਇਕਾਈ ਵਿੱਚ ਨਾਪਿਆ ਜਾਂਦਾ ਹੈ। ਅੱਗੇ ਇਸ ਨੂੰ ਮਿੰਟਾਂ ਸੈਕਿੰਡਾਂ ਵਿੱਚ ਵੰਡਿਆ ਜਾਂਦਾ ਹੈ। ਹੁਣ ਆਪਾਂ ਦੇਖਦੇ ਹਾਂ ਕਿ ਜਿਹੜੇ ਦੇਸ਼ਾਂਤਰ ਹੈ ਉਹਨਾਂ ਦਾ ਮਹੱਤਵ ਕੀ ਹੈ। ਜਿਵੇਂ ਅਕਸ਼ਾਂਸ਼ ਸੀ, ਉਹਨਾਂ ਨਾਲ ਆਪਾਂ ਪਤਾ ਲਾਉਂਦੇ ਸੀ ਕਿ ਕਿਸ ਸਥਾਨ ਦੇ ਉੱਪਰ ਗਰਮੀ ਜਾਂ ਸਰਦੀ ਜ਼ਿਆਦਾ ਹੈ। ਇਸੇ ਤਰ੍ਹਾਂ ਜਿਹੜੇ ਦੇਸ਼ਾਂਤਰ ਹੈ ਉਹਨਾਂ ਨਾਲ ਆਪਾਂ ਕਿਹੜੀ ਜਿਹੜੀ ਚੀਜ਼ ਹੈ ਉਸ ਦਾ ਪਤਾ ਲੱਗ। ਅਕਸ਼ਾਂਸ਼ਾਂ ਦੀ ਤਰ੍ਹਾਂ ਜਿਹੜੇ ਦੇਸ਼ਾਂਤਰ ਹੈ ਉਹਨਾਂ ਦਾ ਵੀ ਵਿਸ਼ੇਸ਼ ਜਿਹੜਾ ਮਹੱਤਵ ਹੈ। ਪਹਿਲਾਂ ਇਹਨਾਂ ਦੇਸ਼ਾਂਤਰਾਂ ਦੀ ਮਦਦ ਨਾਲ ਅਸੀਂ ਕਿਸੇ ਸਥਾਨ ਦੀ ਪੂਰਬ ਤੋਂ ਪੱਛਮ ਵੱਲ ਦੂਰੀ ਪਤਾ ਕਰ ਸਕਦੇ ਹਾਂ। ਹਾਂਜੀ, ਆਪਾਂ ਕਿਸੇ ਸਥਾਨ ਨੂੰ ਕਹਿ ਸਕਦੇ ਹਾਂ ਕਿ ਉਹ ਪੂਰਬ ਵੱਲ ਹੈ ਜਾਂ ਪੱਛਮ ਵੱਲ। ਜਿਵੇਂ ਕਿ ਜਦੋਂ ਅਸੀਂ ਆਖਦੇ ਹਾਂ ਕਿ ਲੁਧਿਆਣਾ 76 ਡਿਗਰੀ ਪੂਰਬ ਦੇਸ਼ਾਂਤਰ 'ਤੇ ਸਥਿਤ ਹੈ, ਇਸ ਦਾ ਅਰਥ ਇਹ ਹੈ ਕਿ ਮੁੱਖ ਜਿਹੜੀ ਮਧਿਆਨ ਰੇਖਾ ਹੈ ਉਸ ਤੋਂ 76 ਡਿਗਰੀ ਪੂਰਬ ਵਿੱਚ ਹੈ। ਯਾਨੀ ਕਿ ਇਹ ਆਪਣੀ ਹੋ ਗਈ 0 ਡਿਗਰੀ। ਤਾਂ ਪੂਰਬ ਦੀ ਗੱਲ ਕਰਦੇ ਹਾਂ ਤਾਂ ਮਤਲਬ ਇੱਧਰ ਵਾਲੀ ਸਾਈਡ ਹੋਏਗਾ। ਹਾਂਜੀ, ਇੱਕ ਤਾਂ ਆਪਾਂ ਪਤਾ ਲਗਾ ਸਕਦੇ ਹਾਂ ਪੂਰਬ ਵੱਲ ਹੈ ਜਾਂ ਪੱਛਮ ਵੱਲ। ਦੂਸਰਾ ਆਪਾਂ ਪਤਾ ਲਗਾ ਸਕਦੇ ਹਾਂ ਕਿ ਕਿਸੇ ਵੀ ਸਥਾਨ ਦਾ ਟਾਈਮ ਕੀ ਹੋਏਗਾ, ਉਹ ਆਪਾਂ ਇੱਥੋਂ ਹੀ ਪਤਾ ਲਗਾ ਸਕਦੇ ਹਾਂ, ਯਾਨੀ ਦੇਸ਼ਾਂਤਰਾਂ ਦੀ ਮਦਦ ਨਾਲ। ਗ੍ਰੀਨਵਿਚ ਦੇ ਪੂਰਬ ਵਿੱਚ ਸਥਿਤ ਦੇਸ਼ਾਂ ਦਾ ਜਿਹੜਾ ਸਮਾਂ ਹੈ ਹਰ 1 ਡਿਗਰੀ ਦੇਸ਼ਾਂਤਰ ਦੇ ਹਿਸਾਬ ਨਾਲ ਗ੍ਰੀਨਵਿਚ ਨਾਲੋਂ 4 ਮਿੰਟ ਅੱਗੇ ਹੁੰਦਾ ਹੈ। ਇਹ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਹੈ ਜੀ ਕਿ ਇਹ ਆਪਣੀ ਧਰਤੀ ਹੋ ਗਈ, ਇਹ ਆਪਣੀ ਗ੍ਰੀਨਵਿਚ ਰੇਖਾ ਜਾਂ 0 ਡਿਗਰੀ ਜਿਹੜਾ ਦੇਸ਼ਾਂਤਰ ਹੈ ਉਹ ਹੋ ਗਿਆ। ਅਤੇ ਇਸ ਦੇ ਇੱਧਰਲੀ ਸਾਈਡ ਜਿੰਨੀਆਂ ਕੰਟਰੀਆਂ ਹੋਣਗੀਆਂ ਅਤੇ ਉਹਨਾਂ ਦਾ ਇੱਕ ਜਿਹੜਾ ਦੇਸ਼ਾਂਤਰ ਹੈ ਉਹਨਾਂ ਨੂੰ ਉਹ ਟਾਈਮ ਲਾਈਨ ਮੰਨ ਲੈਂਦੇ ਹੈ। ਜਿਵੇਂ ਇੰਡੀਆ ਦਾ 82.5 ਡਿਗਰੀ ਮੰਨਿਆ ਹੋਇਆ ਹੈ, ਐਵੇਂ ਹਰ ਇੱਕ ਦੇਸ਼ ਹੈ ਜਿਹੜਾ ਉਸਦੀ ਇੱਕ ਟਾਈਮ ਲਾਈਨ ਹੁੰਦੀ ਹੈ, ਜਿਹੜਾ ਇੱਕ ਟਾਈਮ ਵਾਲਾ ਦੇਸ਼ਾਂਤਰ ਹੈ ਉਹ ਹੁੰਦਾ ਹੈ। ਅਤੇ ਮੰਨ ਕੇ ਚਲੋ 0 ਡਿਗਰੀ ਤੋਂ ਜਿਵੇਂ ਜਿਵੇਂ ਅੱਗੇ ਜਾਵਾਂਗੇ ਅਤੇ ਹਰ ਇੱਕ ਜਿਹੜਾ ਦੇਸ਼ਾਂਤਰ ਹੈ ਉਸ 'ਤੇ 4 ਮਿੰਟ ਵੱਧਦੇ ਜਾਣਗੇ ਪੂਰਬ ਵਾਲੀ ਸਾਈਡ, ਯਾਨੀ ਕਿ ਈਸਟ ਵਾਲੀ ਸਾਈਡ। ਅਤੇ ਐਵੇਂ ਹੀ ਇੱਧਰ ਵਾਲੀ ਸਾਈਡ ਆਵਾਂਗੇ ਅਤੇ ਇੱਥੇ ਜਿੰਨੀਆਂ ਵੀ ਕੰਟਰੀਆਂ ਹੋਣਗੀਆਂ ਉਹਨਾਂ ਦੇ ਹਿਸਾਬ ਨਾਲ ਜਿਹੜਾ ਟਾਈਮ ਹੈ ਉਹ 1 ਡਿਗਰੀ ਦੇਸ਼ਾਂਤਰ ਆਪਾਂ ਪਾਸ ਕਰਾਂਗੇ ਤਾਂ ਜਿਹੜਾ ਹੈ ਟਾਈਮ 4 ਮਿੰਟ ਜਿਹੜਾ ਹੈ ਘੱਟ ਹੋ ਜਾਏਗਾ। ਸਿੱਧਾ ਸਿੱਧਾ ਤੁਸੀਂ ਇਹ ਯਾਦ ਰੱਖਣਾ ਹੈ ਕਿ ਇੱਕ ਦੇਸ਼ਾਂਤਰ ਜੇਕਰ ਆਪਾਂ ਇੱਧਰ ਉੱਧਰ ਹੁੰਦੇ ਹਾਂ ਤਾਂ 4 ਮਿੰਟ ਦਾ ਫਰਕ ਪੈ ਜਾਂਦਾ ਹੈ। ਜੇਕਰ ਪੂਰਬ ਵੱਲ ਜਾਂਦੇ ਹਾਂ ਤਾਂ 4 ਮਿੰਟ ਪਲੱਸ ਹੋ ਜਾਂਦੇ ਹੈ, ਪੱਛਮ ਵੱਲ ਜਾਂਦੇ ਹਾਂ ਤਾਂ 4 ਮਿੰਟ ਮਾਈਨਸ ਹੋ ਜਾਂਦੇ ਹੈ। ਇਹ ਇੱਥੇ ਗੱਲ। ਇਸੇ ਤਰ੍ਹਾਂ ਪੱਛਮ ਵਿੱਚ ਸਥਿਤ ਸਥਾਨਾਂ ਦਾ ਸਮਾਂ 4 ਮਿੰਟ ਪ੍ਰਤੀ ਡਿਗਰੀ ਦੇਸ਼ਾਂਤਰ ਵਿੱਚ ਗ੍ਰੀਨਵਿਚ ਨਾਲੋਂ ਪਿੱਛੇ ਹੁੰਦਾ ਹੈ। ਜਿੰਨੇ ਵੀ ਦੇਸ਼ ਜਾਂ ਸਥਾਨ ਮੁੱਖ ਮਧਿਆਨ ਰੇਖਾ ਜਾਂ ਗ੍ਰੀਨਵਿਚ ਦੇ ਪੂਰਬ ਵਿੱਚ ਹਨ ਉਹਨਾਂ ਸਾਰਿਆਂ ਦਾ ਸਮਾਂ ਅੱਗੇ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਧਰਤੀ ਹੈ ਜਿਹੜੀ ਉਹ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿ ਜਿੰਨੇ ਵੀ ਪੂਰਬ ਵਿੱਚ ਦੇਸ਼ ਹਨ ਜਾਂ ਪੱਛਮ ਵਿੱਚ ਦੇਸ਼ ਹਨ ਉਹਨਾਂ ਦਾ ਜਿਹੜਾ ਟਾਈਮ ਹੈ ਪੂਰਬ ਵਿੱਚ ਦੇਸ਼ਾਂ ਦਾ ਟਾਈਮ ਅੱਗੇ ਕਿਉਂ ਹੈ ਅਤੇ ਪੱਛਮ ਵੱਲ ਦੇਸ਼ਾਂ ਦਾ ਟਾਈਮ ਪਿੱਛੇ ਕਿਉਂ ਹੈ? ਕਿਉਂਕਿ ਜਿਹੜੀ ਧਰਤੀ ਆਪਣੀ ਉਹ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਇਹ ਆਪਣੀ ਧਰਤੀ ਹੋ ਗਈ, ਇਹ ਆਪਣੀ 0 ਡਿਗਰੀ ਹੋ ਗਈ। ਇੱਥੇ ਮੰਨ ਕੇ ਚੱਲੋ ਦੇਸ਼ ਹੋ ਗਏ ਕਿਹੜੇ? ਪੂਰਬ ਵਾਲੇ ਜਾਂ ਈਸਟ ਵਾਲੇ। ਅਤੇ ਤੁਹਾਨੂੰ ਪਤਾ ਇਹ ਵਾਲਾ ਜਿਹੜਾ ਪਾਰਟ ਹੈ ਇਹ ਸੂਰਜ ਦੇ ਅੱਗੇ ਪਹਿਲਾਂ ਆਏਗਾ, ਇਹ ਬਾਅਦ ਵਿੱਚ ਆਏਗਾ ਕਿਉਂਕਿ ਧਰਤੀ ਇਸ ਤਰ੍ਹਾਂ ਘੁੰਮ ਰਹੀ ਹੈ। ਤਾਂ ਇੱਥੇ ਟਾਈਮ ਅੱਗੇ ਹੋਏਗਾ, ਇੱਥੇ ਟਾਈਮ ਬਾਅਦ ਵਿੱਚ ਹੋਏਗਾ, ਯਾਨੀ ਪਿੱਛੇ ਹੋਏਗਾ। ਅਤੇ ਇਹੀ ਚੀਜ਼ ਇੱਥੇ ਜਿਹੜੀ ਦੱਸਣ ਦੀ ਉਹ ਕੋਸ਼ਿਸ਼ ਕਰ। ਨੈਕਸਟ ਕਹਿ ਰਿਹਾ ਹੈ ਜੀ ਕਿ ਇਸ ਲਈ ਪੂਰਬੀ ਦੇਸ਼ਾਂ ਵਿੱਚ ਸੂਰਜ ਪੱਛਮੀ ਦੇਸ਼ਾਂ ਨਾਲੋਂ ਪਹਿਲਾਂ ਨਿਕਲਦਾ ਹੈ। ਜਿਵੇਂ ਆਪਣੇ ਦੇਸ਼ ਵਿੱਚ ਵੀ ਜਿਹੜਾ ਅਰੁਣਾਚਲ ਪ੍ਰਦੇਸ਼ ਹੈ ਉਹ ਕੀ ਹੈ? ਪੂਰਬ ਵਿੱਚ ਹੈ ਅਤੇ ਜਿਹੜਾ ਗੁਜਰਾਤ ਆ ਉਹ ਪੱਛਮ ਵੱਲ ਹੈ। ਤਾਂ ਅਰੁਣਾਚਲ ਪ੍ਰਦੇਸ਼ ਵਿੱਚ ਜਿਹੜਾ ਸੂਰਜ ਹੈ ਉਹ 2 ਘੰਟੇ ਪਹਿਲਾਂ ਨਿਕਲ ਜਾਂਦਾ ਹੈ ਅਤੇ ਗੁਜਰਾਤ ਵਿੱਚ ਜਿਹੜਾ ਸੂਰਜ ਹੈ ਉਹ 2 ਘੰਟੇ ਬਾਅਦ ਦਿਖਾਈ ਦਿੰਦਾ ਹੈ। ਕਿਉਂਕਿ ਜਦੋਂ ਧਰਤੀ ਘੁੰਮ ਕੇ ਮੰਨ ਕੇ ਚਲੋ ਇੱਥੇ ਸੂਰਜ ਹੈ ਅਤੇ ਇੱਥੇ ਅਰੁਣਾਚਲ ਪ੍ਰਦੇਸ਼ ਹੈ ਅਤੇ ਇਹ ਪਹਿਲਾਂ ਆ ਗਿਆ ਸੂਰਜ ਦੇ ਸਾਹਮਣੇ ਅਤੇ ਇਹ ਜਦੋਂ ਅੱਗੇ ਪਾਸ ਕਰ ਗਿਆ ਤਾਂ ਗੁਜਰਾਤ ਇੱਥੇ ਸੀਗਾ ਅਤੇ ਉਹ ਜਦੋਂ ਤੱਕ ਆਏ ਸੂਰਜ ਦੇ ਸਾਹਮਣੇ ਆਏਗਾ ਅਤੇ ਲਗਭਗ 2 ਘੰਟੇ ਲੱਗ ਜਾਣ। ਧਰਤੀ ਆਪਣੇ ਧੂਰੇ ਦੁਆਲੇ ਘੁੰਮਦੇ ਹੋਏ ਇਸ ਦਾ ਹਰ ਦੇਸ਼ਾਂਤਰ 24 ਘੰਟਿਆਂ ਵਿੱਚ ਸੂਰਜ ਅੱਗੋਂ ਲੰਘਦਾ। ਜਿਵੇਂ ਆਪਾਂ ਨੂੰ ਪਤਾ ਕਿ 24 ਘੰਟਿਆਂ ਵਿੱਚ ਇੱਕ ਜਿਹੜਾ ਚੱਕਰ ਆ ਉਹ ਪੂਰਾ ਕਰਦੀ ਹੈ। ਸਾਰੇ ਦੇਸ਼ ਆਪਣੇ
ਕਿਸੇ ਦੇਸ਼ਾਂਤਰ ਦੇ ਐਨ ਉੱਤੇ ਦੁਪਹਿਰ ਵੇਲੇ ਸੂਰਜ ਦੀ ਹੋਂਦ ਨੂੰ ਮਿੱਥ ਕੇ ਆਪਣਾ ਸਥਾਨਕ ਸਮਾਂ ਜਿਹੜਾ ਉਹ ਡਿਸਾਈਡ ਕਰ ਲੈਂਦੇ ਹਨ। ਮੰਨ ਕੇ ਚੱਲੋ ਇਹ ਕੋਈ ਕੰਟਰੀ ਹੈ ਅਤੇ ਇਸ ਦੇ ਵਿਚਾਲੇ ਬਿਲਕੁਲ ਕੋਈ ਦੇਸ਼ਾਂਤਰ ਲੰਘ ਰਿਹਾ ਹੈ ਤਾਂ ਇਸ ਨੂੰ ਉਹ ਆਪਣਾ ਟਾਈਮ ਲਾਈਨ ਹੈ ਜਿਹੜੀ ਉਹ ਮੰਨ ਲੈਂਦੇ ਹੈ। ਨੈਕਸਟ ਜਿਹੜੀ ਇੰਪੋਰਟੈਂਟ ਲਾਈਨ ਹੈ ਜਾਂ ਇੰਪੋਰਟੈਂਟ ਜਿਹੜਾ ਕੁਐਸਚਨ ਹੈ ਉਹ ਹੀ ਬਣਦਾ ਹੈ ਜੀ ਕਿ ਭਾਰਤ ਦਾ ਜਿਹੜਾ ਸਥਾਨਕ ਸਮਾਂ ਹੈ ਉਹ ਕਿਹੜੇ ਦੇਸ਼ਾਂਤਰ ਤੋਂ ਲਿਆ ਗਿਆ ਹੈ, ਤਾਂ ਉਹ ਹੈ ਜੀ 82.5 ਡਿਗਰੀ ਪੂਰਬ ਦੇਸ਼ਾਂਤਰ। ਪੂਰਬ ਲੱਗਿਆ ਹੋਣਾ ਚਾਹੀਦਾ ਜੀ, ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਅਤੇ ਇਹ ਮਧਿਆਨ ਜਾਂ ਫਿਰ ਜਿਹੜੀ ਗ੍ਰੀਨਵਿਚ ਰੇਖਾ ਹੈ ਉਸ ਤੋਂ ਕਿੰਨਾ ਅੱਗੇ ਹੈ, ਤਾਂ 5.5 ਘੰਟੇ ਜਿਹੜਾ ਹੈ ਅੱਗੇ ਹੈ। ਇੱਥੋਂ ਕੁਐਸਚਨ ਸਿੱਧਾ ਸਿੱਧਾ ਹੀ ਪੁੱਛਿਆ ਜਾਂਦਾ ਹੈ ਜੀ ਕਿ ਭਾਰਤ ਦਾ GMT ਲਾਈਨ ਕਿਹੜੀ ਹੈ, ਜਾਂ ਫਿਰ ਜਿਹੜਾ ਸਥਾਨਕ ਸਮਾਂ ਹੈ ਉਹ ਕਿਹੜੇ ਦੇਸ਼ਾਂਤਰ ਤੋਂ ਲਿਆ ਗਿਆ ਹੈ, ਤਾਂ 82.5 ਡਿਗਰੀ ਪੂਰਬ ਦੇਸ਼ਾਂਤਰ ਤੋਂ ਲਿਆ ਗਿਆ ਹੈ। ਅਤੇ ਗ੍ਰੀਨਵਿਚ ਤੋਂ ਜਾਂ ਫਿਰ 0 ਡਿਗਰੀ ਜਿਹੜੀ ਮਧਿਆਨ ਰੇਖਾ ਹੈ ਉਸ ਤੋਂ ਆਪਣਾ ਟਾਈਮ ਕਿੰਨਾ ਅੱਗੇ ਹੈ, ਤਾਂ 5.5 ਘੰਟੇ ਅੱਗੇ ਹੈ। ਕਈ ਵਾਰੀ 5.5 ਘੰਟੇ ਅੱਗੇ ਲਿਖ ਦਿੰਦੇ ਆ ਜਾਂ ਫਿਰ ਪਲੱਸ ਦਾ ਸਾਈਨ ਪਾ ਕੇ ਆਪਾਂ ਨੂੰ 5.5 ਘੰਟੇ ਦੇ ਦਿੰਦੇ ਹੈ। ਤਾਂ ਜਿੱਥੇ ਪਲੱਸ ਦਾ ਨਿਸ਼ਾਨ ਲੱਗਿਆ ਹੋਊਗਾ ਉੱਥੇ ਆਪਣਾ ਜਿਹੜਾ ਰਾਈਟ ਆਨਸਰ ਹੈ ਉਹ ਹੋਏਗਾ। ਇੱਥੋਂ ਵੀ ਕੁਐਸਚਨ ਕਾਫੀ ਵਾਰ ਪੁੱਛਿਆ ਜਾਂਦਾ ਹੈ ਜੀ ਕਿ ਗ੍ਰਿਡ ਜਾਂ ਜਾਲ ਕੀ ਹੈ। ਦੇਖੋ ਇਸ ਤਰ੍ਹਾਂ ਆਪਾਂ ਜਿਹੜੇ ਆ ਉਹ ਅਕਸ਼ਾਂਸ਼ ਖਿੱਚ ਲਏ ਅਤੇ ਇਸ ਤਰ੍ਹਾਂ ਜਿਹੜੇ ਦੇਸ਼ਾਂਤਰ ਖਿੱਚ ਲਏ, ਤਾਂ ਜਿਹੜੇ ਅਕਸ਼ਾਂਸ਼ ਅਤੇ ਜਿਹੜੇ ਦੇਸ਼ਾਂਤਰ ਹੈ ਉਹਨਾਂ ਨਾਲ ਇੱਕ ਜਿਹੜਾ ਹੈ ਜਾਲ ਬਣ ਜਾਂਦਾ ਹੈ ਗਲੋਬ ਦੇ ਉੱਪਰ, ਜਿਸ ਨੂੰ ਆਪਾਂ ਗ੍ਰਿਡ। ਹੁਣ ਜਿਹੜਾ ਇਹ ਗ੍ਰਿਡ ਹੈ ਇਸ ਦਾ ਵੀ ਇੱਕ ਮਹੱਤਵ ਹੈ। ਇਹ ਜਾਲ ਨਕਸ਼ੇ ਅਤੇ ਐਟਲਸ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਜਾਲ ਦੀ ਸਹਾਇਤਾ ਨਾਲ ਅਸੀਂ ਨਕਸ਼ੇ ਪੜ੍ਹਦੇ ਹਾਂ ਅਤੇ ਪਤਾ ਲਗਾਉਂਦੇ ਹਾਂ ਕਿ ਕੋਈ ਵੀ ਸਥਾਨ ਹੈ ਉਸਦਾ ਅਕਸ਼ਾਂਸ਼ੀ ਜਾਂ ਫਿਰ ਦੇਸ਼ਾਂਤਰੀ ਜਿਹੜਾ ਵਿਸਤਾਰ ਹੈ ਉਹ ਕੀ ਹੈ। ਜਿਵੇਂ ਦੇਸ਼ਾਂਤਰੀ ਉਹਨਾਂ ਦੀ ਸਥਿਤੀ ਹੈ ਉਹ ਆਪਾਂ ਜਾਣ ਸਕਦੇ ਹਾਂ ਨਕਸ਼ੇ ਦੇ ਉੱਪਰ। ਦੂਸਰਾ, ਇਸ ਦੀ ਸਹਾਇਤਾ ਨਾਲ ਦੋ ਦੇਸ਼ਾਂ ਵਿਚਲੀ ਸਰਹੱਦ ਹੈ ਉਸਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਜਿਵੇਂ ਕੋਈ ਦੇਸ਼ ਕਿੰਨੇ ਦੇਸ਼ਾਂਤਰ ਅਤੇ ਅਕਸ਼ਾਂਸ਼ਾਂ ਵਿੱਚ ਸਥਿਤ ਹੈ। ਜਿਵੇਂ ਨੀਚੇ ਆਪਾਂ ਨੂੰ ਜਿਹੜੀ ਕੋਈ ਐਗਜ਼ਾਮਪਲ ਹੈ ਉਹ ਦਿੱਤੀ ਗਈ ਹੈ। ਇਹ ਜਿਹੜੀ ਹੈ ਪੰਜਾਬ ਨੂੰ ਲੈ ਕੇ ਜਿਹੜੀ ਐਗਜ਼ਾਮਪਲ ਆ ਉਹ ਦਿੱਤੀ ਗਈ ਹੈ। ਮੰਨ ਕੇ ਚੱਲੋ ਇਹ ਆਪਣੀ ਧਰਤੀ ਹੋ ਗਈ, ਇਹ ਆਪਣਾ ਹੋ ਗਿਆ ਦੇਸ਼ਾਂਤਰ, ਇਹ ਆਪਣਾ ਹੋ ਗਿਆ ਅਕਸ਼ਾਂਸ਼। ਤਾਂ ਕਹਿੰਦਾ ਜਿਹੜਾ ਗੁਰਦਾਸਪੁਰ ਹੈ ਉਹ 32 ਡਿਗਰੀ ਉੱਤਰ ਅਕਸ਼ਾਂਸ਼ ਵਿੱਚ ਹੈ। ਆਪਾਂ ਨੂੰ ਪਤਾ ਹੈ ਇੱਧਰਲੇ ਪਾਸੇ ਉੱਤਰ ਹੈ, ਤਾਂ ਮੰਨ ਕੇ ਚੱਲੋ ਇੱਧਰਲੇ ਪਾਸੇ ਹੋਏਗਾ। ਅਤੇ ਉਸ ਤੋਂ ਬਾਅਦ ਕਹਿ ਰਿਹਾ ਪੂਰਬ ਵੱਲ ਹੈ, ਤਾਂ ਇਸ ਜਿਹੜੀ ਇਹ ਲਾਈਨ ਹੈ ਇਸਦੇ ਇਸ ਵਾਲੀ ਸਾਈਡ ਹੋਏਗਾ। ਅਤੇ ਇਸ ਤਰ੍ਹਾਂ ਆਪਾਂ ਪਤਾ ਲਗਾ ਸਕਦੇ ਹਾਂ ਕਿ ਜਿਹੜਾ ਗੁਰਦਾਸਪੁਰ ਹੈ ਉਸ ਦੀ ਸਥਿਤੀ ਕਿੱਥੇ ਹੈ। ਐਵੇਂ ਹੀ ਹਰ ਇੱਕ ਜਿਹੜੀ ਕੰਟਰੀ ਹੈ ਉਸ ਦੀ ਆਪਾਂ ਸਥਿਤੀ ਪਤਾ ਲਗਾ ਸਕਦੇ ਹਾਂ ਅਕਸ਼ਾਂਸ਼ ਅਤੇ ਦੇਸ਼ਾਂਤਰ ਨਾਲ, ਜਿਹੜਾ ਆਪਾਂ ਪਿੱਛੇ ਗ੍ਰਿਡ ਜਾਂ ਫਿਰ ਜਾਲ ਬਣਾਇਆ ਸੀ ਉਸ। ਨੈਕਸਟ ਆਪਾਂ ਟਾਈਮ ਦੀ ਗੱਲ ਕੀਤੀ ਸੀ ਜੀ, ਉਸੇ ਨੂੰ ਹੀ ਅੱਗੇ ਦੱਸਿਆ ਗਿਆ ਹੈ ਕਿ ਕਿਸੇ ਇੱਕ ਸਥਾਨ ਦੇ ਸਥਾਨਕ ਸਮੇਂ ਵਿੱਚ ਦੂਸਰੇ ਸਥਾਨ ਦੇ ਸਥਾਨਕ ਸਮੇਂ ਦੇ ਫਰਕ ਹੋਣ ਕਰਕੇ ਕਈ ਮੁਸ਼ਕਿਲਾਂ ਆਉਂਦੀਆਂ ਹਨ। ਇਸੇ ਲਈ ਕਿਸੇ ਦੇਸ਼ ਦਾ ਇੱਕ ਪ੍ਰਮਾਣਿਕ ਸਮਾਂ ਜਿਹੜਾ ਉਹ ਨਿਸ਼ਚਿਤ ਹੁੰਦਾ ਹੈ। ਇਹ ਪ੍ਰਮਾਣਿਕ ਸਮਾਂ ਜਾਂ ਸਟੈਂਡਰਡ ਸਮਾਂ ਕਿਸੇ ਦੇਸ਼ ਦੇ ਮੱਧਵਰਤੀ ਸਥਿਤੀ ਵਾਲੇ ਸਥਾਨ ਦੇ ਅਨੁਸਾਰ ਨਿਸ਼ਚਿਤ ਕੀਤਾ ਜਾਂਦਾ ਹੈ। ਜਿਵੇਂ ਮੰਨ ਕੇ ਚੱਲੋ ਇਹ ਆਪਣੀ ਕੋਈ ਕੰਟਰੀ ਹੈ ਅਤੇ ਇਸ ਦੇ ਵਿਚਾਲੋਂ ਕੋਈ ਦੇਸ਼ਾਂਤਰ ਲੰਘ ਰਿਹਾ ਹੈ ਅਤੇ ਉਸ ਨੂੰ ਆਪਾਂ ਟਾਈਮ ਲਾਈਨ ਮੰਨ ਲੈਂਦੇ ਹਾਂ। ਜਿਵੇਂ ਭਾਰਤ ਵਿੱਚ 82.5 ਡਿਗਰੀ ਪੂਰਬੀ ਜਿਹੜਾ ਦੇਸ਼ਾਂਤਰ ਹੈ ਉਹ ਭਾਰਤ ਦਾ IST ਹੈ। IST ਤੁਹਾਨੂੰ ਫੁੱਲ ਫੋਮ ਪੁੱਛੀ ਜਾ ਸਕਦੀ ਹੈ ਜੀ, ਇੰਡੀਅਨ ਸਟੈਂਡਰਡ ਟਾਈਮ ਇਸ ਦੀ ਫੁੱਲ ਫੋਮ ਹੈ। ਇਸ ਨੂੰ ਮੰਨਿਆ ਗਿਆ ਹੈ। ਇਸ ਤਰ੍ਹਾਂ 82.5 ਡਿਗਰੀ ਪੂਰਬੀ ਦੇਸ਼ਾਂਤਰ ਨੂੰ ਪ੍ਰਮਾਣਿਕ ਦੇਸ਼ਾਂਤਰ ਜਾਂ ਸਟੈਂਡਰਡ ਜਿਹੜਾ ਮੈਰੀਡੀਅਨ ਹੈ ਉਸ ਦਾ ਨਾਂ ਦਿੱਤਾ ਗਿਆ ਹੈ। ਤਾਂ ਇਸ ਤੋਂ IST ਦੀ ਫੁੱਲ ਫੋਮ ਪੁੱਛ ਸਕਦਾ ਹੈ, ਜਾਂ ਫਿਰ 82.5 ਡਿਗਰੀ ਨੂੰ ਭਾਰਤ ਦੇ ਵਿੱਚ ਕੀ ਕਿਹਾ ਜਾਂਦਾ ਹੈ, ਤਾਂ ਇਸ ਨੂੰ ਸਟੈਂਡਰਡ ਮੈਰੀਡੀਅਨ ਜਾਂ ਫਿਰ ਪ੍ਰਮਾਣਿਕ ਜਿਹੜਾ ਦੇਸ਼ਾਂਤਰ ਹੈ ਉਸ ਦਾ ਨਾਂ ਦਿੱਤਾ ਗਿਆ ਹੈ। ਨੈਕਸਟ ਆਪਾਂ ਦੇਖਿਆ ਸੀ ਕਿ ਜਿਵੇਂ ਇੱਕ ਦੇਸ਼ਾਂਤਰ ਨੂੰ ਆਪਾਂ ਜੇਕਰ ਪਾਰ ਕਰਦੇ ਹਾਂ ਤਾਂ ਲਗਭਗ 4 ਮਿੰਟ ਦਾ ਜਿਹੜਾ ਫਰਕ ਹੈ ਉਹ ਆਪਾਂ ਨੂੰ ਨਜ਼ਰ ਆਉਂਦਾ ਹੈ। ਤਾਂ 0 ਡਿਗਰੀ ਤੋਂ ਜੇਕਰ ਆਪਾਂ 82.5 ਡਿਗਰੀ ਅੱਗੇ ਆਉਂਦੇ ਹਾਂ ਅਤੇ ਕਿੰਨੇ ਟਾਈਮ ਦਾ ਫਰਕ ਪਊਗਾ। ਅਤੇ 82.5 ਡਿਗਰੀ ਨੂੰ ਜੇਕਰ 4 ਮਿੰਟ ਨਾਲ ਆਪਾਂ ਮਲਟੀਪਲਾਈ ਕਰਦੇ ਹਾਂ ਅਤੇ ਆਪਣੇ ਕੋਲ 330 ਮਿੰਟ ਆ ਜਾਂਦੇ ਹਨ। ਅਤੇ 330 ਮਿੰਟ ਹੈ ਜਿਹੜੇ 5 ਘੰਟੇ ਅਤੇ 30 ਮਿੰਟ ਦੇ ਲਗਭਗ ਬਰਾਬਰ ਹਨ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਜਿਹੜਾ ਟਾਈਮ ਹੈ ਉਹ ਗ੍ਰੀਨਵਿਚ ਰੇਖਾ ਤੋਂ 5.5 ਘੰਟੇ ਅੱਗੇ ਹੈ। ਯਾਨੀ ਕਿ ਜੇਕਰ ਗ੍ਰੀਨਵਿਚ ਰੇਖਾ ਜਿਹੜੀ ਇੰਗਲੈਂਡ ਵਿੱਚੋਂ ਦੀ ਲੰਘਦੀ ਹੈ ਉੱਥੇ ਦੁਪਹਿਰ ਦੇ 12
ਵਜੇ ਹੋਣਗੇ ਤੇ ਆਪਣਾ ਜਿਹੜਾ ਟਾਈਮ ਹੈ ਉਹ 5:30 ਦਾ ਹੋਏਗਾ, ਕਿਉਂਕਿ 5.5 ਘੰਟੇ ਆਪਣਾ ਜਿਹੜਾ ਟਾਈਮ ਆ ਉਹ ਅੱਗੇ ਹੈ। ਕੌਮਾਂਤਰੀ ਪ੍ਰਮਾਣਿਕ ਸਮੇਂ ਵਿੱਚ ਗ੍ਰੀਨਵਿਚ ਮੈਰੀਡੀਅਨ ਟਾਈਮ। ਨੈਕਸਟ ਧਰਤੀ ਦੇ ਤਾਪਖੰਡ ਹਨ ਜਿਹੜੇ ਅਕਸ਼ਾਂਸ਼ ਹੈ ਉਹਨਾਂ ਨੂੰ ਦੇਖ ਕੇ ਬਣਾਏ ਗਏ ਹਨ। ਇਹਨਾਂ ਬਾਰੇ ਵੀ ਆਪਾਂ ਪੜ੍ਹ ਲੈਂਦੇ ਹਾਂ, ਜਿੱਥੋਂ ਅਕਸਰ ਜਿਹੜਾ ਕੁਐਸਚਨ ਉਹ ਪੁੱਛਿਆ ਜਾਂਦਾ ਹੈ। ਇਹ ਬਹੁਤ ਇੰਪੋਰਟੈਂਟ ਹਨ ਅਤੇ ਇਹਨਾਂ ਤੋਂ ਅਕਸਰ ਜਿਹੜਾ ਕੁਐਸਚਨ ਉਹ ਪੁੱਛਿਆ ਜਾਂਦਾ ਹੈ। ਸੂਰਜ ਦੀਆਂ ਜਿਹੜੀਆਂ ਕਿਰਨਾਂ ਧਰਤੀ 'ਤੇ ਸਿੱਧੀਆਂ ਪੈਂਦੀਆਂ ਹਨ ਉਹ ਘੱਟ ਜਗ੍ਹਾ ਘੇਰਦੀਆਂ ਹਨ, ਜਿਸ ਕਰਕੇ ਉਹਨਾਂ ਦੀ ਗਰਮੀ ਦੀ ਜਿਹੜੀ ਸ਼ਕਤੀ ਉਹ ਜ਼ਿਆਦਾ ਹੁੰਦੀ ਹੈ। ਜਿਹੜੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ ਉਹ ਜ਼ਿਆਦਾ ਜਗ੍ਹਾ ਘੇਰਦੀਆਂ ਹਨ, ਜਿਸ ਕਰਕੇ ਉਹਨਾਂ ਦੀ ਜਿਹੜੀ ਗਰਮ ਕਰਨ ਦੀ ਸ਼ਕਤੀ ਹੈ ਉਹ, ਜਿਵੇਂ ਇਹ ਆਪਣੀ ਧਰਤੀ ਹੈ ਅਤੇ ਇਹ ਆਪਣਾ ਸੂਰਜ ਹੈ, ਤਾਂ ਇੱਥੇ ਜਿਹੜੀਆਂ ਰੇਖਾਵਾਂ ਪੈਣਗੀਆਂ ਉਹ ਸਿੱਧੀਆਂ ਹੋਣਗੀਆਂ ਅਤੇ ਜਿਵੇਂ ਇੱਥੇ ਜਾਣਗੀਆਂ ਅਤੇ ਇਹ ਤਿਰਛੀਆਂ ਹੋ ਜਾਣਗੀਆਂ ਅਤੇ ਇੱਥੇ ਜਿਹੜੀ ਗਰਮੀ ਉਹ ਜ਼ਿਆਦਾ ਹੋਏਗੀ ਅਤੇ ਇੱਥੇ ਜਿਹੜੀ ਗਰਮੀ ਉਹ ਘੱਟ ਹੋਏਗੀ। ਇਹੀ ਚੀਜ਼ ਕਹਿ ਰਿਹਾ ਹੈ। ਤਾਪਖੰਡ ਬਣਨ ਦਾ ਦੂਸਰਾ ਕਾਰਨ ਧਰਤੀ ਦੇ ਗੋਲਾਕਾਰ ਆਕਾਰ ਕਰਕੇ ਹੈ। ਧਰਤੀ ਦਾ ਮੱਧ ਵਿੱਚੋਂ ਉੱਭਰਿਆ ਹੋਇਆ ਭਾਗ ਵੱਧ ਤੋਂ ਵੱਧ ਸੂਰਜੀ ਤਾਪ ਪ੍ਰਾਪਤ ਕਰਦਾ ਹੈ। ਅਤੇ ਇੱਥੋਂ ਕੁਐਸਚਨ ਇਹ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਧਰਤੀ ਦਾ ਕਿਹੜਾ ਭਾਗ ਹੈ ਜਿਹੜਾ ਸਭ ਤੋਂ ਵੱਧ ਸੂਰਜੀ ਤਾਪ ਪ੍ਰਾਪਤ ਕਰਦਾ ਹੈ, ਤਾਂ ਉਹ ਹੈ ਜੀ ਇਸ ਦਾ ਮੱਧ ਭਾਗ। ਇਹ ਆਪਣੇ ਤਾਪਖੰਡ ਹਨ ਜਿਹੜੇ ਵੰਡੇ ਗਏ ਹਨ। ਤਾਂ 23 ਐਂਡ ਜਿਹੜਾ ਹਾਫ ਡਿਗਰੀ ਆਪਾਂ ਦੇਖਿਆ ਸੀ ਕਰਕ ਰੇਖਾ, ਅਤੇ ਇੱਥੇ ਸੀ ਆਪਣੀ ਮੱਕਰ ਰੇਖਾ। ਇੱਥੇ ਆ ਜਾਏਗਾ ਆਪਣਾ ਨੌਰਥ, ਇੱਥੇ ਆ ਜਾਏਗਾ ਆਪਣਾ ਸਾਊਥ। ਤਾਂ 23 ਐਂਡ ਹਾਫ ਡਿਗਰੀ ਨੌਰਥ ਤੋਂ ਲੈ ਕੇ 23 ਐਂਡ ਹਾਫ ਡਿਗਰੀ ਸਾਊਥ ਤੱਕ, ਯਾਨੀ ਉੱਤਰ ਤੋਂ ਲੈ ਕੇ ਦੱਖਣ ਤੱਕ ਇਹ ਵਾਲਾ ਖੇਤਰ ਹੈ। ਇੱਥੇ ਗਰਮੀ ਸਭ ਤੋਂ ਜ਼ਿਆਦਾ ਹੁੰਦੀ ਹੈ, ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਇਸ ਲਈ ਇਸ ਨੂੰ ਊਸ਼ਣ ਤਾਪਖੰਡ ਕਹਿੰਦੇ ਹਨ। ਅਤੇ 23 ਡਿਗਰੀ ਤੋਂ ਉੱਪਰ ਜੇਕਰ ਆਪਾਂ ਜਾਈਏ ਤਾਂ 66.5 ਡਿਗਰੀ 'ਤੇ ਆਪਾਂ ਦੇਖਿਆ ਸੀ ਆਰਕਟਿਕ ਸਰਕਲ। ਤਾਂ ਇੱਥੋਂ ਲੈ ਕੇ ਇੱਥੋਂ ਤੱਕ ਆਰਕਟਿਕ ਜਿਹੜਾ ਸਰਕਲ ਹੈ ਉਸ ਦਾ ਇਹ ਜਿਹੜਾ ਪਾਰਟ ਹੈ ਉਹ ਹੈ ਇੱਥੇ, ਅਤੇ ਇੱਥੇ ਆਪਣੀ ਕਰਕ ਰੇਖਾ, ਅਤੇ ਇਸ ਦੇ ਵਿਚਾਲੇ ਜਿਹੜਾ ਪਾਰਟ ਹੈ ਉਸ ਨੂੰ ਆਪਾਂ ਉਪ ਊਸ਼ਣ ਤਾਪਖੰਡ ਕਹਿੰਦੇ ਹਾਂ। ਐਵੇਂ ਹੀ ਇਸ ਨੂੰ ਉਪ ਊਸ਼ਣ ਤਾਪਖੰਡ, ਯਾਨੀ ਕਿ ਇੱਥੇ ਸਰਦੀ ਅਤੇ ਗਰਮੀ ਦੋਵਾਂ ਦੀ ਜਿਹੜੀ ਰੁੱਤ ਉਹ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਹੈ। ਅਤੇ ਇਹ ਵਾਲਾ ਜਿਹੜਾ ਹੈ 66 ਤੋਂ ਉੱਪਰ ਵਾਲਾ ਜਿੰਨਾ ਵੀ ਹਿੱਸਾ ਹੈ, ਅਤੇ ਐਵੇਂ ਹੀ ਇੱਥੇ 66 ਜਿਹੜਾ ਹੈ ਅੰਟਾਰਕਟਿਕ ਸਰਕਲ ਤੋਂ ਨੀਚੇ ਵਾਲਾ ਜਿੰਨਾ ਵੀ ਹਿੱਸਾ ਹੈ, ਇੱਥੇ ਹਮੇਸ਼ਾ ਠੰਡ ਰਹਿੰਦੀ ਹੈ, ਬਰਫ਼ ਜਮੀ ਰਹਿੰਦੀ ਹੈ, ਇਸ ਲਈ ਇਸ ਨੂੰ ਸ਼ੀਤ ਖੰਡ ਦਾ ਨਾਮ ਦਿੱਤਾ ਗਿਆ ਹੈ। ਅਤੇ ਇਹ ਤੁਸੀਂ ਤਿੰਨੇ ਜਿਹੜੇ ਖੇਤਰ ਹਨ ਇਹ ਯਾਦ ਰੱਖਣੇ ਹਨ। ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹਨ ਇਹ ਜੀ 23.5 ਤੋਂ 23.5 ਡਿਗਰੀ ਉੱਤਰ ਤੋਂ ਲੈ ਕੇ 23.5 ਡਿਗਰੀ ਦੱਖਣ ਦੇ ਵਿਚਕਾਰ ਜਿੰਨਾ ਖੇਤਰ ਹੈ ਇਸ ਨੂੰ ਊਸ਼ਣ ਖੰਡ, 23.5 ਡਿਗਰੀ ਉੱਤਰ ਤੋਂ ਲੈ ਕੇ 66 ਡਿਗਰੀ ਉੱਤਰ ਦਾ ਜਿਹੜਾ ਖੇਤਰ ਹੈ ਉਸ ਨੂੰ ਉਪ ਊਸ਼ਣ ਤਾਪਖੰਡ, ਐਵੇਂ ਹੀ 23.5 ਡਿਗਰੀ ਤੋਂ ਲੈ ਕੇ 66 ਡਿਗਰੀ ਦੱਖਣ ਦਾ ਜਿਹੜਾ ਇਲਾਕਾ ਹੈ ਉਸ ਨੂੰ ਉਪ ਊਸ਼ਣ ਤਾਪਖੰਡ ਜਾਂ ਫਿਰ ਸ਼ੀਤ ਕਿਹਾ ਜਾਂਦਾ ਹੈ। ਨੈਕਸਟ ਆਪਾਂ ਜਿੰਨੇ ਵੀ ਤਾਪਖੰਡ ਪੜ੍ਹੇ ਹਨ ਉਹਨਾਂ ਬਾਰੇ ਦੱਸਿਆ ਗਿਆ ਜੀ। ਫਸਟ ਸੀਗਾ ਆਪਣਾ ਊਸ਼ਣ ਤਾਪਖੰਡ। ਇਹ ਤਾਪਖੰਡ ਪੱਟੀ ਕਰਕ ਰੇਖਾ ਤੋਂ ਮੱਕਰ ਰੇਖਾ ਦੇ ਵਿਚਕਾਰ ਹੈ, ਅਤੇ ਇਹ ਤੁਸੀਂ ਯਾਦ ਰੱਖਣਾ ਕਰਕ ਤੋਂ ਮੱਕਰ ਰੇਖਾ ਦੇ ਵਿਚਕਾਰ ਹੈ, ਅਤੇ ਸੰਸਾਰ ਦੀ ਸਭ ਤੋਂ ਗਰਮ ਪੱਟੀ ਹੈ। ਸਾਰਾ ਸਾਲ ਦੁਪਹਿਰ ਵੇਲੇ ਇੱਥੇ ਜਿਹੜਾ ਸੂਰਜ ਹੈ ਉਸ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ। ਸੈਕਿੰਡ ਆਪਾਂ ਪੜ੍ਹਿਆ ਸੀਗਾ ਜੀ ਊਸ਼ਣ ਉਪ ਊਸ਼ਣ ਜਾਂ ਫਿਰ ਇਸ ਨੂੰ ਸਮ ਜਿਹੜਾ ਸ਼ੀਤ ਖੰਡ ਹੈ ਉਹ ਵੀ ਆਖਿਆ ਜਾਂਦਾ ਹੈ। ਇਹ ਪੱਟੀ ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਅਤੇ ਆਰਕਟਿਕ ਰੇਖਾ ਚੱਕਰ ਦੇ ਵਿਚਕਾਰ ਹੈ, ਅਤੇ ਦੱਖਣ ਦੇ ਵਿੱਚ ਮੱਕਰ ਰੇਖਾ ਤੋਂ ਲੈ ਕੇ ਜਿਹੜਾ ਅੰਟਾਰਕਟਿਕ ਚੱਕਰ ਹੈ ਉਸ ਦੇ ਵਿਚਕਾਰ ਹੈ। ਅਤੇ ਇਸ ਪੱਟੀ ਵਿਚਲੇ ਖੇਤਰ ਵਿੱਚ ਕਦੇ ਵੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਨਹੀਂ ਪੈਂਦੀਆਂ। ਇੱਥੇ ਗਰਮੀਆਂ ਵਿੱਚ ਬਹੁਤ ਗਰਮੀ ਨਹੀਂ ਪੈਂਦੀ ਅਤੇ ਸਰਦੀਆਂ ਵਿੱਚ ਬਹੁਤੀ ਠੰਡ ਹੈ ਜਿਹੜੀ ਉਹ ਨਹੀਂ ਹੁੰਦੀ, ਇਸ ਲਈ ਇਸ ਖੇਤਰ ਨੂੰ ਆਪਾਂ ਉਪ ਊਸ਼ਣ ਜਾਂ ਫਿਰ ਸਮ ਸ਼ੀਤ ਖੰਡ ਕਹਿੰਦੇ ਹਾਂ। ਨੈਕਸਟ ਸੀਗਾ ਜੀ ਆਪਣੇ ਕੋਲੇ ਸ਼ੀਤ ਖੰਡ। ਇਹ ਤਾਪਖੰਡ ਉੱਤਰੀ ਅਰਧ ਗੋਲੇ ਵਿੱਚ ਆਰਕਟਿਕ ਚੱਕਰ ਅਤੇ ਉੱਤਰੀ ਧਰੁਵ ਵਿਚਾਲੇ ਹੈ। ਦੱਖਣੀ ਅਰਧ ਗੋਲੇ ਵਿੱਚ ਇਹ ਅੰਟਾਰਕਟਿਕ ਚੱਕਰ ਅਤੇ ਦੱਖਣੀ ਧਰੁਵ ਦੇ ਵਿਚਾਲੇ ਹੈ। ਮਤਲਬ ਇਹ ਆਪਣਾ ਉੱਤਰੀ ਧਰੁਵ ਹੋ ਗਿਆ, ਇਹ ਆਪਣਾ ਦੱਖਣੀ ਧਰੁਵ ਹੋ ਗਿਆ, ਅਤੇ ਇਹ ਆਪਣਾ ਹੋ ਗਿਆ ਆਰਕਟਿਕ ਸਰਕਲ, ਅਤੇ ਇਹ ਹੋ ਗਿਆ ਜੀ ਅੰਟਾਰਕਟਿਕ ਸਰਕਲ। ਮਤਲਬ ਇਹਨਾਂ ਦੋਨਾਂ ਦੇ ਵਿਚਕਾਰ ਹੈ। ਇਹ ਇਲਾਕਾ ਸੂਰਜ ਦੀ ਦਿਸ਼ਾ ਤੋਂ ਇੰਨਾ ਕੁ ਤਿਰਛਾ ਹੁੰਦਾ ਹੈ ਕਿ ਇੱਥੇ ਸਾਰਾ ਸਾਲ ਜਿਹੜੀ ਠੰਡ ਹੈ ਉਹ ਹੁੰਦੀ ਹੈ। ਨੈਕਸਟ ਆਪਣੇ ਕੋਲੇ ਸਮਰੀ ਹੈ ਜੀ, ਜਾਂ ਇੰਪੋਰਟੈਂਟ ਗੱਲਾਂ ਹਨ। ਭੂਮੱਧ ਰੇਖਾ ਪੱਛਮ ਤੋਂ ਪੂਰਬ ਵੱਲ ਵਾਹੀ ਜਾਂਦੀ ਇੱਕ
ਕਾਲਪਨਿਕ ਰੇਖਾ ਹੈ ਜੋ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ। ਇਹ ਤੁਸੀਂ ਯਾਦ ਰੱਖਣਾ ਜੀ। ਭੂਮੱਧ ਰੇਖਾ ਦੇ ਉੱਤਰ ਵਾਲੇ ਭਾਗ ਨੂੰ ਉੱਤਰੀ ਗੋਲਾਰਧ ਅਤੇ ਦੱਖਣੀ ਵਾਲਾ ਜਿਹੜਾ ਭਾਗ ਹੈ ਉਸ ਨੂੰ ਦੱਖਣੀ ਅਰਧ ਗੋਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭੂਮੱਧ ਰੇਖਾ ਵਾਂਗ ਹੀ 23.5 ਡਿਗਰੀ ਜਿਹੜੀ ਉੱਤਰ ਵਿੱਚ ਹੈ ਉਸ ਨੂੰ ਕਰਕ ਰੇਖਾ, ਦੱਖਣ ਵਿੱਚ ਹੈ ਉਸ ਨੂੰ ਮੱਕਰ ਰੇਖਾ, ਐਵੇਂ ਹੀ 66 ਡਿਗਰੀ ਜਿਹੜੀ ਉੱਤਰ ਵਿੱਚ ਹੈ ਉਸ ਨੂੰ ਆਰਕਟਿਕ ਵ੍ਰਿਤ ਅਤੇ ਦੱਖਣ ਵਿੱਚ ਹੈ ਉਸ ਨੂੰ ਐਂਟਾਰਕਟਿਕ ਜਿਹੜੀ ਵ੍ਰਿਤ ਆ ਉਹ ਆਖਿਆ ਜਾਂਦਾ ਹੈ। ਧਰਤੀ ਦਾ ਧੁਰ ਉੱਤਰੀ ਸਿਰਾ ਜਿਹੜਾ ਕਿ 90 ਡਿਗਰੀ, ਉੱਤਰੀ ਵਿਤਕਾਰੀ ਬਿੰਦੂ ਉੱਤਰੀ ਧਰੁਵ ਤੇ ਧੁਰ ਤੇ ਦੱਖਣੀ ਜਿਹੜਾ ਸਿਰਾ ਹੈ ਉਹ 90 ਡਿਗਰੀ ਜਿਹੜਾ ਦੱਖਣੀ ਵਿਤਕਾਰੀ ਬਿੰਦੂ ਹੈ ਉਸ ਦੇ ਉੱਪਰ ਸਥਿਤ ਹੈ। ਨੈਕਸਟ ਕਹਿ ਰਿਹਾ ਜੀ ਕਿ ਧਰਤੀ ਦੇ ਮਾਡਲ ਉੱਪਰ ਉੱਤਰ ਤੇ ਦੱਖਣ ਵੱਲ ਵਾਹੀਆਂ ਸਾਰੀਆਂ ਰੇਖਾਵਾਂ ਜਿੰਨੀਆਂ ਵੀ ਹਨ ਉਹਨਾਂ ਨੂੰ ਦੇਸ਼ਾਂਤਰ ਰੇਖਾਵਾਂ ਕਹਿੰਦੇ ਹਨ, ਜਿਹੜੀਆਂ ਕਿ ਇਸ ਤਰ੍ਹਾਂ ਹਨ ਅਤੇ ਵਿੱਚੋਂ ਜਿਹੜਾ 0 ਡਿਗਰੀ ਲੰਬਕਾਰ ਜਾਂ ਗ੍ਰੀਨਵਿਚ ਮੈਰੀਡੀਅਨ ਹੈ ਉਹ ਇਹ ਜਿਹੜੀ 0 ਡਿਗਰੀ ਹੈ ਉਹ ਗ੍ਰੀਨਵਿਚ ਵਿੱਚ ਦੀ ਲੰਘਦਾ ਹੈ ਅਤੇ ਸਾਂਝੀ ਜਿਹੜੀ ਹੈ ਉਹ 180 ਡਿਗਰੀ ਪੂਰਬ ਜਾਂ ਪੱਛਮ ਜਿਹੜਾ ਲੰਬਕਾਰ ਹੈ ਉਸ ਨੂੰ ਕਿਹਾ ਜਾਂਦਾ ਹੈ ਅਤੇ ਇਸ ਨੂੰ ਹੀ ਇੰਟਰਨੈਸ਼ਨਲ ਜਿਹੜੀ ਡੇਟ ਲਾਈਨ ਹੈ ਉਸ ਦਾ ਨਾਂ ਵੀ ਦਿੱਤਾ ਗਿਆ ਹੈ। ਅਤੇ ਉਹ ਵੀ ਤੁਸੀਂ ਯਾਦ ਰੱਖਣਾ ਕਿ ਜਿਹੜਾ 180 ਡਿਗਰੀ ਪੂਰਬ ਅਤੇ ਪੱਛਮੀ ਦੇਸ਼ਾਂਤਰ ਹੈ ਜੋ ਕਿ ਕਾਮਨ ਹੈ, ਜਿਸ ਦੇ ਨਾਲ ਨਾ ਪੂਰਬ ਲਿਖਿਆ ਜਾਂਦਾ ਨਾ ਪੱਛਮ, ਉਸ ਨੂੰ ਇੰਟਰਨੈਸ਼ਨਲ ਡੇਟ ਲਾਈਨ ਕਿਹਾ ਜਾਂਦਾ ਹੈ। ਅਕਸ਼ਾਂਸ਼ਾਂ ਦੀ ਸਹਾਇਤਾ ਨਾਲ ਧਰਤੀ ਨੂੰ 3 ਤਾਪ ਖੰਡਾਂ ਵਿੱਚ ਵੰਡਿਆ ਜਾ ਸਕਦਾ ਹੈ: ਉਸ਼ਣ ਤਾਪ ਖੰਡ, ਸਮਸ਼ੀਤ ਉਸ਼ਣ ਤਾਪ ਖੰਡ ਅਤੇ ਸ਼ੀਤ ਖੰਡ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਇਸ ਦੇ ਨਾਲ ਹੀ ਆਪਣਾ ਚੈਪਟਰ ਇਹ ਖਤਮ ਹੋ ਰਿਹਾ। ਇਸ ਤੋਂ ਬਾਅਦ ਆਪਾਂ ਨੈਕਸਟ ਚੈਪਟਰ ਕਰਾਂਗੇ। ਜੇ ਇਸ ਚੈਪਟਰ ਵਿੱਚ ਕੋਈ ਵੀ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਕਮੈਂਟ ਵਿੱਚ ਕਮੈਂਟ ਕਰ ਸਕਦੇ ਹੋ, ਤੁਹਾਨੂੰ ਉਸ ਦਾ ਜਿਹੜਾ ਜਵਾਬ ਹੈ ਉਹ ਜ਼ਰੂਰ ਦਿੱਤਾ ਜਾਏਗਾ। ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ, ਕਮੈਂਟ ਕਰ ਦਿਓ।